ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਗੁਰੂ ਸਵਾਰਿਓ, ਆਪ ਸਾਰਿਆਂ ਨੂੰ ਅੱਜ ਦੀ ਇਸ ਗੁਰਮਤਿ ਕਲਾਸ ਵਿੱਚ ਜੀ ਆਇਆਂ। ਅੱਜ ਅਸੀਂ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਰਚੀ ਹੋਈ ਬਾਣੀ ਆਨੰਦ, ਜੋ ਰਾਮਪੁਰੀ ਰਾਗ ਵਿੱਚ ਸਤਿਗੁਰੂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 917 ਅੰਕ ਤੇ ਸ਼ੁਰੂ ਹੁੰਦੀ ਹੈ ਔਰ ਜਿਸ ਦੀਆਂ ਕੁੱਲ 40 ਪੌੜੀਆਂ ਹਨ। ਆਮ ਤੌਰ ਤੇ ਇਸ ਆਨੰਦ ਬਾਣੀ ਦੀਆਂ ਪਹਿਲੀਆਂ 5 ਪੌੜੀਆਂ ਤੇ 6ਵੀਂ ਪੌੜੀ ਦਾ ਪਾਠ ਅਸੀਂ ਸੁਣ ਲੈਂਦੇ ਹਾਂ। ਆਪ ਜੀ ਵੱਲੋਂ ਭੇਜੇ ਹੋਏ ਸੁਝਾਵਾਂ ਦੇ ਮੁਤਾਬਕ ਅਸੀਂ ਇਸ ਬਾਣੀ ਦੀ ਲੜੀਵਾਰ ਵਿਚਾਰ ਸ਼ੁਰੂ ਕਰ ਰਹੇ ਹਾਂ। ਇਹ ਵਿਚਾਰ ਵੀਰ ਪ੍ਰਭ ਕੀਰਤਨ ਸਿੰਘ ਜੀ ਆਪ ਜੀ ਦੇ ਨਾਲ ਸਾਂਝੀ ਕਰ ਰਹੇ ਹਨ। ਮੈਂ ਵੀਰ ਪ੍ਰਭ ਕੀਰਤਨ ਸਿੰਘ ਜੀ ਨੂੰ ਬੇਨਤੀ ਕਰ ਰਿਹਾ ਹਾਂ ਕਿ ਅੱਜ ਦੇ ਵਿਚਾਰ ਆਰੰਭ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਜਿਵੇਂ ਕਿ ਵੀਰ ਜੀ ਨੇ ਆਪ ਜੀ ਨੂੰ ਦੱਸਿਆ ਹੈ, ਅੱਜ ਅਸੀਂ ਤੀਜੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਰਚਨਾ ਹੈ ਆਨੰਦ ਸਾਹਿਬ, ਰਾਮ ਕਲੀ ਮਹਿਲਾ ਤੀਜਾ ਆਨੰਦ, ਜੋ ਸਾਡੇ ਰੋਜ਼ਾਨਾ ਦੇ ਨਿਤਨੇਮ ਦੀਆਂ ਬਾਣੀਆਂ, ਅੰਮ੍ਰਿਤ ਦੀ ਬਾਣੀ। ਔਰ ਵੈਸੇ ਵੀ ਇਸ ਬਾਣੀ ਦੀ ਬੜੀ ਮਹੱਤਤਾ ਹੈ, ਕਿਉਂਕਿ ਸਾਡੇ ਹਰ ਪ੍ਰੋਗਰਾਮ ਦੇ ਵਿੱਚ ਇਸ ਦੀਆਂ ਪਹਿਲੀਆਂ 5 ਪੌੜੀਆਂ ਤੇ ਅੰਤਲੀ ਪੌੜੀ ਦਾ ਪਾਠ ਕੀਤਾ ਜਾਂਦਾ ਹੈ। ਅੱਜ ਆਪਾਂ ਇਸ ਦੀ ਵਿਚਾਰ ਸ਼ੁਰੂ ਕਰਨੀ ਹੈ। ਆਓ ਸਭ ਤੋਂ ਪਹਿਲਾਂ ਇਸ ਬਾਣੀ ਦੀ ਜੋ ਪਹਿਲੀ ਪੌੜੀ ਹੈ ਉਹਦਾ ਆਪਾਂ ਇੱਕ ਵਾਰੀ ਪਾਠ ਕਰ ਲਈਏ ਜੀ। ਰਾਮ ਕਲੀ ਮਹਿਲਾ ਤੀਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ। ਰਾਮ ਕਲੀ ਮਹਿਲਾ ਤੀਜਾ ਆਨੰਦ, ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਵਾਰ ਪਰੀਆਂ, ਸ਼ਬਦ ਗਾਵਣ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹੈ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਇਹ ਪੌੜੀ ਜਿਸ ਦਾ ਆਪਨੇ ਪਾਠ ਸਰਵਨ ਕੀਤਾ ਹੈ, ਇਹ ਆਨੰਦ ਸਾਹਿਬ ਜੀ ਦੀ ਪਹਿਲੀ ਪੌੜੀ ਹੈ। ਆਨੰਦ ਸਾਹਿਬ ਜੀ ਦੀ ਰਚਨਾ ਦੇ ਬਾਰੇ ਕਈ ਸਾਖੀਆਂ ਮਸ਼ਹੂਰ ਹਨ, ਜਿਨ੍ਹਾਂ ਵਿੱਚੋਂ ਸਭ ਤੋਂ ਮਸ਼ਹੂਰ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਪੋਤਰੇ ਆਨੰਦ ਦੇ ਜਨਮ ਦੇ ਨਾਲ ਸੰਬੰਧਿਤ ਹੁੰਦੀ ਹੈ। ਅਜਿਹੀਆਂ ਸਾਖੀਆਂ ਸਿੱਖ ਇਤਿਹਾਸ ਨੂੰ, ਗੁਰਬਾਣੀ ਨੂੰ ਬੜੀ ਰੌਚਕਤਾ ਦੇ ਦਿੰਦੀਆਂ ਹਨ, ਇਸ ਕਰਕੇ ਬੜੀਆਂ ਪਪੂਲਰ ਵੀ ਹਨ ਤੇ ਸਾਨੂੰ ਅਕਸਰ ਸੁਣਾਈਆਂ ਵੀ ਜਾਂਦੀਆਂ ਹਨ। ਪਰੰਤੂ ਜਦੋਂ ਅਸੀਂ ਇਸ ਬਾਣੀ ਦੇ ਵਿਸ਼ੇ ਵਸਤੂ ਵੱਲ ਧਿਆਨ ਦੇਈਏ ਤਾਂ ਅਸੀਂ ਇਹ ਅੰਦਾਜ਼ਾ ਸਹਿਜੇ ਹੀ ਲਗਾ ਸਕਦੇ ਹਾਂ ਕਿ ਇਸ ਬਾਣੀ ਦਾ ਸੰਬੰਧ ਆਨੰਦ ਦੀ ਪ੍ਰਾਪਤੀ ਨਾਲ ਹੈ।
ਜੋ ਕਿ ਹਰ ਮਨੁੱਖ ਦੇ ਜੀਵਨ ਦਾ ਇੱਕ ਵੱਡਾ ਮੰਤਵ ਹੁੰਦਾ ਹੈ। ਅਸੀਂ ਪੂਰੇ ਜੀਵਨ ਦੇ ਵਿੱਚ ਖੁਸ਼ੀ, ਸੁੱਖ, ਇਹ ਸਾਰਾ ਕੁਝ ਲੱਭਦੇ ਫਿਰਦੇ ਹਾਂ ਅਤੇ ਆਨੰਦ ਨੂੰ ਵੀ ਅਸੀਂ ਇਸੇ ਕੈਟੇਗਰੀ ਦੇ ਵਿੱਚ ਹੀ ਰੱਖਦੇ ਹਾਂ। ਇਸ ਤੋਂ ਪਹਿਲਾਂ ਕਿ ਆਪਾਂ ਇਸ ਪੌੜੀ ਦੇ ਅਰਥਾਂ ਦੀ ਵਿਚਾਰ ਕਰੀਏ, ਇਸ ਪੌੜੀ ਵਿੱਚ ਕੁਝ ਸ਼ਬਦ ਆਏ ਹਨ ਜਿਹੜੇ ਸਿਧਾਂਤਕ ਤੌਰ ਤੇ ਸਾਨੂੰ ਸਮਝਣੇ ਚਾਹੀਦੇ ਹਨ। ਪਹਿਲਾ ਸ਼ਬਦ ਤਾਂ ਆਨੰਦ ਹੀ ਹੈ ਕਿ ਇਸ ਦਾ ਅਰਥ ਕੀ ਹੈ, ਇਹ ਕਨਸੈਪਟ ਕੀ ਹੈ, ਸਿਧਾਂਤਕ ਤੌਰ ਤੇ ਇਸ ਦਾ ਕੀ ਅਰਥ ਹੈ। ਦੂਜਾ ਜੋ ਸ਼ਬਦ ਹੈ ਉਹ ਸਹਿਜ ਦਾ ਹੈ। ਸਤਿਗੁਰਤਾ ਪਾਇਆ ਸਹਿਜ ਸੇਤੀ। ਇੱਕ ਇਸ ਦੇ ਅਰਥ ਵੀ ਜੋ ਸਮਝਣੇ ਹਨ ਉਹ ਵੀ ਸਾਡੇ ਵਾਸਤੇ ਜ਼ਰੂਰੀ ਹਨ। ਤੇ ਇੱਕ ਹੋਰ ਜੋ ਐਕਸਪ੍ਰੈਸ਼ਨ ਸਤਿਗੁਰੂ ਜੀ ਨੇ ਦੋ ਵਾਰੀ ਵਰਤਿਆ ਹੈ, ਪਹਿਲੀ ਪੰਕਤੀ ਵਿੱਚ ਵੀ ਤੇ ਅਖੀਰਲੀ ਪੰਕਤੀ ਵਿੱਚ ਵੀ, ਕਿ ਸਤਿਗੁਰੂ ਮੈਂ ਪਾਇਆ। ਸਤਿਗੁਰੂ ਪਾਉਣ ਦੇ ਕੀ ਅਰਥ ਹਨ ਇਹ ਵੀ ਸਾਨੂੰ ਸਮਝਣੇ ਬਣਦੇ ਹਨ, ਤਾਂ ਹੀ ਅਸੀਂ ਇਸ ਪਹਿਲੀ ਪੌੜੀ ਨੂੰ ਵੀ ਸਮਝ ਸਕਦੇ ਹਾਂ। ਔਰ ਇਸ ਬਾਣੀ ਦਾ ਜੋ ਅੰਤਰੀਵ ਭਾਵ ਹੈ, ਜੋ ਸਤਿਗੁਰੂ ਜੀ ਸਾਨੂੰ ਸਿੱਖਿਆ ਦੇਣੀ ਚਾਹੁੰਦੇ ਹਨ, ਉਹ ਸਿੱਖਿਆ ਨੂੰ ਹੀ ਅਸੀਂ ਤਾਂ ਹੀ ਸਮਝ ਸਕਦੇ ਹਾਂ। ਆਨੰਦ ਦਾ ਅਰਥ ਜੋ ਡਿਕਸ਼ਨਰੀਜ਼ ਦੇ ਵਿੱਚ ਕੀਤਾ ਜਾਂਦਾ ਹੈ ਉਹ ਵਿਸਮਾਦੀ ਆਨੰਦ ਹੈ, ਭਾਵ ਉਹ ਆਨੰਦ ਜਿਹੜਾ ਬਹੁਤ ਉੱਚਾ ਹੈ, ਜਿਸ ਨੂੰ ਡਿਫਾਈਨ ਕਰਨਾ ਔਖਾ ਹੈ। ਵੈਸੇ ਇਹਦੇ ਵਾਸਤੇ ਸ਼ਬਦ ਉਹੀ ਵਰਤੇ ਜਾਂਦੇ ਹਨ ਜੋ ਅਸੀਂ ਆਮ ਜੀਵਨ ਦੇ ਵਿੱਚ ਵਰਤਦੇ ਹਾਂ। ਸੁੱਖ, ਸਵਾਦ, ਜਾਂ ਅਸੀਂ ਪੰਜਾਬੀ ਵਿੱਚ ਮਜ਼ਾ ਵੀ ਵਰਤ ਲੈਂਦੇ ਹਾਂ। ਇਸ ਕਿਸਮ ਦੇ ਸ਼ਬਦ ਵਰਤ ਕੇ ਇਸ ਨੂੰ ਐਕਸਪਲੇਨ ਕੀਤਾ ਜਾਂਦਾ। ਜਿਹੜਾ ਅਸੀਂ ਆਮ ਸ਼ਬਦ ਵਰਤਦੇ ਹਾਂ, ਸੁੱਖ, ਸਵਾਦ, ਮਜ਼ਾ, ਇਹ ਜੋ ਸ਼ਬਦ ਹਨ ਇਹ ਅਸਲ ਦੇ ਵਿੱਚ ਸਾਡੇ ਸਰੀਰਕ ਸੁੱਖਾਂ ਸਵਾਦਾਂ ਦੇ ਨਾਲ ਸੰਬੰਧਿਤ, ਇਹ ਉਹਨਾਂ ਚੀਜ਼ਾਂ ਵਾਸਤੇ ਵਰਤੇ ਜਾਂਦੇ ਹਨ ਜੋ ਸਾਡੇ ਸਰੀਰ ਰਾਹੀਂ ਪ੍ਰਾਪਤ ਹੁੰਦੇ ਹਨ। ਸਰੀਰ ਦਾ ਅਰਥ ਹੈ ਕਿ ਸਾਡੀਆਂ ਜੋ ਇੰਦਰੀਆਂ ਹਨ ਉਹਨਾਂ ਦੇ ਰਾਹੀਂ ਕੋਈ ਚੀਜ਼ ਦੇਖ ਕੇ, ਸੁਣ ਕੇ, ਚੱਖ ਕੇ, ਛੋਹ ਕੇ ਜੋ ਸਾਨੂੰ ਅਹਿਸਾਸ ਹੁੰਦਾ ਹੈ, ਚੰਗਾ ਲੱਗਦਾ ਹੈ, ਸੁੱਖ ਮਹਿਸੂਸ ਹੁੰਦਾ ਹੈ, ਉਹ ਅਸੀਂ ਇੰਦਰੀਆਂ ਤੋਂ ਪ੍ਰਾਪਤ ਕਰਦੇ ਹਾਂ। ਤੇ ਇੰਦਰੀਆਂ ਦੇ ਰਾਹੀਂ ਇਹ ਸਾਡੇ ਮਨ ਤੱਕ ਜਾਂਦੇ ਹਨ ਤੇ ਮਾਣਦਾ ਇਹਨਾਂ ਨੂੰ ਮਨ ਹੈ। ਸਰੀਰ ਇਹਨਾਂ ਸੁੱਖਾਂ ਨੂੰ ਨਹੀਂ ਮਾਣ ਸਕਦਾ, ਮਾਣਦਾ ਤਾਂ ਮਨ ਹੀ ਹੈ, ਪਰ ਇਹਨਾਂ ਦਾ ਜੋ ਸਰੋਤ ਹੈ ਉਹ ਸਰੀਰ ਦੀਆਂ ਇੰਦਰੀਆਂ, ਸਰੀਰ, ਫਿਜ਼ੀਕਲ ਬਾਡੀ ਹੀ ਇਹਨਾਂ ਦਾ ਸਰੋਤ ਹੈ। ਜਦੋਂ ਮਨ ਤੱਕ ਇਹਨਾਂ ਦੀ ਫੀਲਿੰਗ ਪਹੁੰਚਦੀ ਹੈ, ਇਹਨਾਂ ਦਾ ਅਹਿਸਾਸ ਪਹੁੰਚਦਾ ਹੈ, ਤਾਂ ਮਨ ਦੀ ਅਵਸਥਾ ਬਦਲ ਜਾਂਦੀ ਹੈ, ਜਿਹਨੂੰ ਅਸੀਂ ਸੁੱਖ ਦੀ ਅਵਸਥਾ ਕਹਿ ਸਕਦੇ ਹਾਂ। ਜਿਹੜੇ ਇਸ ਤਰ੍ਹਾਂ ਦੇ ਸਾਨੂੰ ਸੁੱਖ ਮਿਲਦੇ ਹਨ, ਮਜ਼ੇ ਮਿਲਦੇ ਹਨ, ਸਵਾਦ ਮਿਲਦਾ ਹੈ, ਉਹ ਛਿਨ ਭੰਗਰਾ ਹੁੰਦਾ, ਕਿਉਂਕਿ ਸਾਡਾ ਮਨ ਉਸ ਸਵਾਦ ਦੀ ਅਵਸਥਾ ਵਿੱਚ ਉਨੀ ਦੇਰ ਹੀ ਰਹਿੰਦਾ ਹੈ ਜਿੰਨੀ ਦੇਰ ਉਹ ਸੁੱਖ ਮਿਲ ਰਿਹਾ ਹੁੰਦਾ। ਜਿਉਂ ਹੀ ਉਹ ਸੁੱਖ ਖਤਮ ਹੁੰਦਾ ਹੈ, ਕੋਈ ਹੋਰ ਭਾਵਨਾ ਸਾਡੇ ਮਨ ਤੱਕ ਪਹੁੰਚਦੀ ਹੈ ਤੇ ਉਹ ਮਨ ਦੀ ਅਵਸਥਾ ਵੀ ਨਾਲੋਂ ਨਾਲ ਬਦਲ ਜਾਂਦੀ। ਉਹ ਮਨ ਜੋ ਪਹਿਲੇ ਸੁੱਖ, ਸ਼ਾਂਤੀ, ਸਵਾਦ ਮਹਿਸੂਸ ਕਰ ਰਿਹਾ ਸੀ, ਜਿਉਂ ਹੀ ਇਹ ਭਾਵਨਾ, ਜਿਉਂ ਹੀ ਸਰੀਰ ਤੋਂ ਪਹੁੰਚਣ ਵਾਲਾ ਸੁੱਖ ਦੀ ਥਾਂ ਤੇ ਕੁਝ ਹੋਰ ਪਹੁੰਚਿਆ, ਦੁੱਖ ਪਹੁੰਚਿਆ ਜਾਂ ਤਕਲੀਫ ਪਹੁੰਚੀ, ਤੇ ਮਨ ਦੀ ਅਵਸਥਾ ਨਾਲੋਂ ਨਾਲ ਉਸਦੀ ਬਦਲ ਜਾਂਦੀ ਹੈ, ਇੱਕ ਛਿਣ ਵੀ ਨਹੀਂ ਲੱਗਦਾ। ਪਰ ਕਦੇ ਕਦੇ ਸਾਨੂੰ ਅਜਿਹੇ ਸੁੱਖ ਦਾ ਅਨੁਭਵ ਵੀ ਹੁੰਦਾ ਹੈ ਜੋ ਇੱਕ ਆਮ ਤੌਰ ਤੇ ਜੋ ਅਸੀਂ ਤਜਰਬਾ ਹੁੰਦਾ ਹੈ, ਐਕਸਪੀਰੀਅੰਸ ਕਰਦੇ ਹਾਂ ਸੁੱਖ ਦਾ, ਉਸ ਤੋਂ ਬਹੁਤ ਵੱਡਾ ਹੁੰਦਾ, ਔਰ ਉਹਦਾ ਸਵਾਦ ਕਈ ਦੇਰ ਸਾਡੇ ਮਨ ਦੇ ਵਿੱਚ ਵਸਿਆ ਰਹਿੰਦਾ। ਜਿਵੇਂ ਅਸੀਂ ਕੁਦਰਤ ਦਾ ਕੋਈ ਨਜ਼ਾਰਾ ਲੈਣ ਜਾਈਏ, ਪਹਾੜਾਂ ਵਿੱਚ ਜਾਈਏ, ਸਮੁੰਦਰ ਦੇ ਕੋਲ ਜਾਈਏ, ਜਾਂ ਹੋਰ ਕਿਸੇ ਸੁਹਾਵਣੀ ਥਾਂ ਦੇ ਉੱਤੇ ਬਾਗ ਬਗੀਚੇ ਦੇ ਵਿੱਚ ਜਾਈਏ, ਕਈ ਵਾਰਾਂ ਉਹਦਾ ਇੰਨਾ ਜ਼ਿਆਦਾ ਸਾਨੂੰ ਸਵਾਦ ਆਉਂਦਾ ਹੈ, ਆਨੰਦ ਆਉਂਦਾ ਹੈ, ਅਸੀਂ ਕਹਿ ਦਿੰਦੇ ਹਾਂ ਕਿ ਉਹ ਉਸ ਤੋਂ ਬਾਅਦ ਵੀ ਸਾਡੇ ਮਨ ਦੇ ਉੱਤੇ ਕੁਝ ਦੇਰ ਉਹਦਾ ਪ੍ਰਭਾਵ ਰਹਿੰਦਾ। ਅਸੀਂ ਅਜਿਹੀ ਅਵਸਥਾ ਨੂੰ ਬਿਆਨ ਕਰਨ ਲਈ ਅਕਸਰ ਆਨੰਦ ਸ਼ਬਦ ਦੀ ਵਰਤੋਂ ਕਰ ਲੈਂਦੇ। ਅਸੀਂ ਇਹਨੂੰ ਆਨੰਦ ਹੀ ਸਮਝ ਲੈਂਦੇ ਹਾਂ, ਭਾਵ ਕਿ ਜਿਹੜਾ ਸਵਾਦ ਛਿਨ ਭੰਗਰਾ ਹੋਣਾ ਚਾਹੀਦਾ ਸੀ ਉਹ ਥੋੜੀ ਦੇਰ ਜ਼ਿਆਦਾ ਚੱਲ ਗਿਆ ਤੇ ਅਸੀਂ ਸਮਝਦੇ ਹਾਂ ਸੁੱਖ ਨਹੀਂ, ਸੁੱਖ ਤੋਂ ਵਧੇਰੇ ਕੋਈ ਚੀਜ਼ ਹੈ, ਤੇ ਅਸੀਂ ਉਹਨੂੰ ਆਨੰਦ ਵੀ ਕਹਿ ਦਿੰਦੇ ਹਾਂ।
ਜਾਂ ਸਵਾਦ ਇੰਨਾ ਜ਼ਿਆਦਾ ਆ ਗਿਆ ਕਿ ਸਾਨੂੰ ਉਹਨੂੰ ਬਿਆਨ ਕਰਨ 'ਚ ਕਠਿਨਾਈ ਹੋ ਜਾਂਦੀ ਹੈ, ਤੇ ਤਾਂ ਵੀ ਅਸੀਂ ਉਸ ਨੂੰ ਆਨੰਦ ਹੀ ਕਹਿ ਦਿੰਦੇ ਹਾਂ। ਪਰ ਆਨੰਦ ਦਾ ਅਰਥ ਅਸਲ ਵਿੱਚ ਇਹ ਨਹੀਂ। ਆਨੰਦ ਜੋ ਸ਼ਬਦ ਹੈ ਇਹਦਾ ਮੂਲ ਸੰਸਕ੍ਰਿਤ ਤੋਂ ਹੈ। ਸੰਸਕ੍ਰਿਤ ਦੇ ਵਿੱਚ ਆਪ ਸਾਰਿਆਂ ਨੇ ਇੱਕ ਐਕਸਪ੍ਰੈਸ਼ਨ ਜ਼ਰੂਰ ਸੁਣਿਆ ਹੋਣਾ ਹੈ। ਉਪਨਿਸ਼ਦਾਂ ਦੇ ਵਿੱਚ, ਵੇਦਾਂਤ ਦੇ ਵਿੱਚ ਜਦੋਂ ਬ੍ਰਹਮ ਦੇ ਸਰੂਪ ਦਾ ਬਿਆਨ ਕੀਤਾ ਜਾਂਦਾ ਹੈ ਤਾਂ ਉਹਦੇ ਲਈ ਇੱਕ ਸ਼ਬਦ ਇਸਤੇਮਾਲ ਕੀਤਾ ਜਾਂਦਾ ਹੈ, ਸਤ ਚਿਤ ਆਨੰਦ। ਭਾਵ ਉਹ ਜੋ ਬ੍ਰਹਮ ਹੈ ਉਹ ਸਤ ਹੈ, ਹੋਂਦ ਵਾਲਾ ਹੈ, ਉਹ ਕੌਨਸ਼ੀਅਸਨੈਸ ਹੈ, ਚਿਤ ਹੈ, ਭਾਵ ਚੇਤਨ ਹੈ, ਤੇ ਉਹਦਾ ਸਰੂਪ ਜੋ ਹੈ ਉਹ ਆਨੰਦ ਹੈ। ਇਹ ਸਾਡਾ ਨਹੀਂ, ਉਹਨਾਂ ਦਾ ਸਿਧਾਂਤ ਹੈ। ਮੈਂ ਸਿਰਫ ਗੱਲ ਨੂੰ ਸਮਝਣ ਦੀ ਖਾਤਰ ਇਹ ਜ਼ਿਕਰ ਕਰ ਰਿਹਾ ਹਾਂ। ਤੋ ਆਨੰਦ ਜੋ ਸ਼ਬਦ ਹੈ ਇਹ ਮੁੱਖ ਤੌਰ ਦੇ ਉੱਤੇ ਫਿਲੋਸੋਫਿਕਲੀ ਇਹ ਬ੍ਰਹਮ ਦੇ ਵਾਸਤੇ ਵਰਤਿਆ ਗਿਆ। ਬ੍ਰਹਮ ਤੋਂ ਅਸੀਂ ਭਾਵ ਅਕਾਲ ਪੁਰਖ ਵਾਹਿਗੁਰੂ ਲੈ ਸਕਦੇ ਹਾਂ। ਤੋ ਜਿਸ ਤੋਂ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਆਨੰਦ ਦਾ ਅਰਥ ਉਹ ਨਹੀਂ ਜਿਹਨੂੰ ਅਸੀਂ ਕਈ ਵਾਰੀ ਸਰੀਰਕ ਗੱਲ ਨੂੰ ਆਨੰਦ ਕਹਿ ਦਿੰਦੇ ਹਾਂ, ਜਾਂ ਥੋੜਾ ਜਿਹਾ ਜ਼ਿਆਦਾ ਮਜ਼ਾ ਆ ਗਿਆ, ਸਵਾਦ ਆ ਗਿਆ ਤੇ ਅਸੀਂ ਉਹਨੂੰ ਆਨੰਦ ਕਹਿ ਦਿੰਦੇ ਹਾਂ। ਅਸਲ ਦੇ ਵਿੱਚ ਇਹ ਇੱਕ ਐਸੀ ਅਵਸਥਾ ਹੈ ਜਿਸ ਦਾ ਸੰਬੰਧ ਅਕਾਲ ਪੁਰਖ ਦੇ ਨਾਲ ਹੈ, ਕਿਉਂਕਿ ਅਸੀਂ ਅਕਾਲ ਪੁਰਖ ਦੀ ਜੋਤ ਹਾਂ। ਸਾਡੀ ਆਤਮਾ ਅਕਾਲ ਪੁਰਖ ਦੀ ਜੋਤ ਦਾ ਸਰੂਪ ਹੈ। ਤੋ ਅਸੀਂ ਇਹਨੂੰ ਇਸ ਤਰ੍ਹਾਂ ਬਿਆਨ ਕਰ ਸਕਦੇ ਹਾਂ ਕਿ ਉਹ ਆਨੰਦ ਜੋ ਆਤਮਾ ਅਨੁਭਵ ਕਰਦੀ ਹੈ ਉਹਨੂੰ ਹੀ ਆਨੰਦ ਕਿਹਾ ਜਾਣਾ ਚਾਹੀਦਾ ਹੈ। ਭਾਵ ਆਨੰਦ ਦਾ ਅਰਥ ਸਰੀਰਕ ਜਾਂ ਮਾਨਸਿਕ ਨਹੀਂ, ਸਗੋਂ ਆਤਮਿਕ ਆਨੰਦ ਹੈ। ਤੋ ਆਤਮਿਕ ਆਨੰਦ ਜੋ ਹੈ ਉਹਦਾ ਇਸ ਬਾਣੀ ਦੇ ਵਿੱਚ ਜ਼ਿਕਰ ਹੈ। ਆਮ ਦੁਨੀਆ ਦੇ ਜੋ ਸੁੱਖ ਹਨ, ਜੋ ਸਵਾਦ ਹਨ, ਇਹਨਾਂ ਤੋਂ ਉੱਪਰ ਦੀ ਗੱਲ ਸਤਿਗੁਰੂ ਜੀ ਇੱਥੇ ਕਰ ਰਹੇ ਹਨ। ਇੱਥੇ ਆਤਮਿਕ ਆਨੰਦ ਦੀ ਪ੍ਰਾਪਤੀ ਦੀ ਗੱਲ ਕਰ ਰਹੇ ਹਨ। ਆਨੰਦ ਸ਼ਬਦ ਜੋ ਹੈ ਇਹ ਆਪਣੇ ਆਪ ਦੇ ਵਿੱਚ ਇੱਕ ਯੂਨੀਕ ਸ਼ਬਦ ਹੈ। ਆਮ ਜਿਹੜੇ ਲਫ਼ਜ਼ ਅਸੀਂ ਇਸਤੇਮਾਲ ਕਰਦੇ ਹਾਂ ਉਹਨਾਂ ਨਾਲੋਂ ਇੱਕ ਵੱਡਾ ਫਰਕ ਜੋ ਸਾਨੂੰ ਸਾਰੇ ਵਿਦਵਾਨ ਦੱਸਦੇ ਹਨ ਉਹ ਇਹ ਹੈ ਕਿ ਬਾਕੀ ਹਰ ਚੀਜ਼ ਦਾ ਆਪੋਜ਼ਿਟ ਹੁੰਦਾ ਹੈ। ਸੁੱਖ ਦਾ ਦੁੱਖ, ਸਵਾਦ ਦਾ ਬੇਸਵਾਦ, ਮਜ਼ੇ ਦਾ ਕਿਰਕਿਰਾ। ਤੋ ਇਸ ਤਰ੍ਹਾਂ ਹਰ ਚੀਜ਼ ਦਾ ਅਸੀਂ ਆਪੋਜ਼ਿਟ ਸਾਡੀ ਭਾਸ਼ਾ ਦੇ ਵਿੱਚ ਹੈ, ਪਰ ਸਾਡੀ ਭਾਸ਼ਾ ਦੇ ਵਿੱਚ ਆਨੰਦ ਦਾ ਆਪੋਜ਼ਿਟ ਨਹੀਂ ਹੈ, ਆਨੰਦ ਦਾ ਵਿਪਰੀਤ ਸ਼ਬਦ ਨਹੀਂ ਹੈ। ਤੋ ਜਦੋਂ ਅਸੀਂ ਇਸੇ ਤੋਂ ਹੀ ਇਸ ਗੱਲ ਦਾ ਅੰਦਾਜ਼ਾ ਲਗਾ ਸਕਦੇ ਹਾਂ ਕਿ ਆਨੰਦ ਉਹ ਅਵਸਥਾ ਹੈ ਕਿ ਇਨਸਾਨ ਜਦੋਂ ਇੱਕ ਵਾਰੀ ਆਤਮਿਕ ਆਨੰਦ ਦੇ ਵਿੱਚ ਚਲਾ ਗਿਆ, ਪਹੁੰਚ ਗਿਆ, ਉੱਥੇ ਤੱਕ ਆਪਣੀ ਘਾਲਨਾ ਕਮਾਈ ਦੇ ਨਾਲ ਪਹੁੰਚ ਗਿਆ, ਤਾਂ ਫਿਰ ਉਸ ਤੋਂ ਬਾਅਦ ਉਸ ਦੀ ਆਪੋਜ਼ਿਟ ਸਟੇਟ ਵਿੱਚ ਆਉਣ ਦਾ ਕੋਈ ਸਕੋਪ ਨਹੀਂ ਹੈ। ਜੇ ਹੁੰਦਾ ਤੇ ਇਹਦਾ ਆਪੋਜ਼ਿਟ ਸ਼ਬਦ ਵੀ ਜ਼ਰੂਰ ਹੁੰਦਾ। ਤੋ ਇਹ ਇਸ ਦੀ ਮਹਾਨਤਾ ਸਾਨੂੰ ਆਮ ਤੌਰ ਦੇ ਉੱਤੇ ਦੱਸੀ ਜਾਂਦੀ ਹੈ। ਹੁਣ ਇਸ ਚੀਜ਼ ਨੂੰ ਪ੍ਰਗਟ ਕਰਨ ਦੇ ਲਈ ਗੁਰਬਾਣੀ ਦੇ ਵਿੱਚ ਇੱਕ ਨਹੀਂ ਅਨੇਕਾਂ ਸ਼ਬਦਾਂ ਦਾ ਇਸਤੇਮਾਲ ਕੀਤਾ ਗਿਆ। ਅਸੀਂ ਇਹ ਨਾ ਸਮਝੀਏ ਕਿ ਆਨੰਦ ਦਾ ਜ਼ਿਕਰ ਕੇਵਲ ਇੱਥੇ ਹੀ ਹੈ, ਕਿਉਂਕਿ ਇਹ ਇੱਕ ਉਹ ਅਵਸਥਾ ਹੈ, ਉਹ ਆਤਮਿਕ ਅਵਸਥਾ ਹੈ ਜਿਹੜੀ ਕਿ ਬਿਆਨ ਤੋਂ ਬਾਹਰ ਹੈ, ਜਿਸ ਨੂੰ ਸ਼ਬਦਾਂ ਦੇ ਰਾਹੀਂ ਬਿਆਨ ਨਹੀਂ ਕੀਤਾ ਜਾ ਸਕਦਾ। ਸ਼ਬਦਾਂ ਦੇ ਵਿੱਚ ਉਹ ਸਮਰੱਥਾ ਨਹੀਂ ਕਿ ਉਹਨੂੰ ਬਿਆਨ ਕੀਤਾ ਜਾ ਸਕੇ। ਤੋ ਇਸ ਕਰਕੇ ਇਹਦੇ ਵੱਖੋ ਵੱਖ ਪੱਖਾਂ ਨੂੰ ਵੱਖੋ ਵੱਖਰੇ ਢੰਗਾਂ ਦੇ ਨਾਲ ਸਤਿਗੁਰੂ ਸਾਨੂੰ ਸਮਝਾਉਣ ਦੀ ਅਨੇਕਾਂ ਵਾਰ ਕੋਸ਼ਿਸ਼ ਕਰਦੇ ਹਨ। ਗੁਰਬਾਣੀ ਦੇ ਵਿੱਚ ਜਿਹੜੇ ਸ਼ਬਦ ਇਸ ਵਾਸਤੇ ਵਰਤੇ ਗਏ ਹਨ ਉਹ ਇਸ ਤਰ੍ਹਾਂ ਦੇ ਹਨ, ਜਿਵੇਂ ਮਹਾਰਸ ਸ਼ਬਦ ਹੈ ਕਿ ਆਮ ਰਸ ਜੋ ਅਸੀਂ ਜਗਤ ਦੇ ਵਿੱਚ ਜਿਹੜੇ ਮੰਨਦੇ ਹਾਂ ਇਹ ਮਹਾਰਸ ਹੈ, ਉਹਨਾਂ ਤੋਂ ਬਹੁਤ ਉੱਚਾ ਆਤਮਾ ਦੇ ਲੈਵਲ ਦਾ ਰਸ ਹੈ। ਇਸੇ ਤਰ੍ਹਾਂ ਹੀ ਮਹਾਸੁਖ ਵੀ ਕਿਹਾ ਗਿਆ ਹੈ। ਹਰ ਰਸ ਦੀ ਜਦੋਂ ਵੀ ਗੱਲ ਕੀਤੀ ਗਈ ਹੈ, ਸਤਿਗੁਰੂ ਜੀ ਨੇ ਬਾਣੀ ਦੇ ਵਿੱਚ ਕੀਤੀ ਹੈ, ਉਹ ਵੀ ਆਨੰਦ ਦਾ ਹੀ ਸਮਾਨ ਅਰਥਕ ਸ਼ਬਦ ਹੈ। ਜਦੋਂ ਹਰੀ ਦਾ ਰਸ ਆ ਗਿਆ ਤੇ ਉਹੀ ਆਨੰਦ ਦੀ ਅਵਸਥਾ ਹੈ। ਇਸੇ ਨੂੰ ਹੀ ਅੰਮ੍ਰਿਤ ਵੀ ਕਿਹਾ ਗਿਆ ਹੈ। ਜਦੋਂ ਵਿਸਮਾਦ ਦੀ ਗੱਲ ਕੀਤੀ ਜਾਂਦੀ ਹੈ, ਭਾਵ ਉਹ ਅਵਸਥਾ ਜਦੋਂ ਮਨੁੱਖ ਦਾ ਮਨ ਸਮਝ ਹੈਰਾਨੀ ਦੇ ਵਿੱਚ, ਅਚੰਭੇ ਦੇ ਵਿੱਚ ਔਰ ਖੁਸ਼ੀ ਸੁੱਖ ਦਾ ਅਨੁਭਵ ਹੁੰਦਾ ਹੈ, ਆਨੰਦ ਦਾ ਅਨੁਭਵ ਹੁੰਦਾ ਹੈ, ਪਰ ਨਾਲ ਅਚੰਭਾ ਵੀ ਹੁੰਦਾ ਹੈ, ਤੇ ਉਹਨੂੰ ਵਿਸਮਾਦ ਕਿਹਾ ਗਿਆ ਹੈ। ਇਹ ਵੀ ਆਨੰਦ ਦੀ ਅਵਸਥਾ ਹੈ।
ਫਿਰ ਅਸੀਂ ਜਪਜੀ ਸਾਹਿਬ ਦੇ ਵਿੱਚ ਇੱਕ ਐਕਸਪ੍ਰੈਸ਼ਨ ਪੜ੍ਹਿਆ ਸੀ, ਸਦਾ ਵਿਗਾਸ, ਨਾਨਕ ਭਗਤਾਂ ਸਦਾ ਵਿਗਾਸ। ਉਹ ਸਦਾ ਵਿਗਾਸ ਵੀ ਆਨੰਦ ਦਾ ਹੀ ਲਿਖਾਏ। ਅਸੀਂ ਕੀਰਤਨ ਸੁਣਦੇ ਹਾਂ ਬਸੰਤ ਰਾਗ ਦੇ ਵਿੱਚ, ਉਹਦੇ ਵਿੱਚ ਸਦ ਬਸੰਤ ਦਾ ਜ਼ਿਕਰ ਆਉਂਦਾ ਹੈ। ਇਹ ਸਦ ਬਸੰਤ ਵੀ ਆਨੰਦ ਦੀ ਹੀ ਅਵਸਥਾ ਹੈ। ਇੱਕ ਹੋਰ ਸ਼ਬਦ ਜੋ ਵਰਤਿਆ ਗਿਆ ਹੈ, ਕਮਲ ਵਿਗਾਸ। ਇਸੇ ਤਰ੍ਹਾਂ ਹੀ ਬੁੱਧ ਵਿਗਾਸ ਤੇ ਵਿਵੇਕ, ਇਸ ਦੀ ਸ਼ਬਦ ਦੀ ਵਰਤੋਂ ਬਾਰ-ਬਾਰ ਗੁਰਬਾਣੀ ਦੇ ਵਿੱਚ ਹੋਈ ਹੈ, ਬੁੱਧ ਵਿਗਾਸ ਵਿਵੇਕ। ਇਹ ਵੀ ਆਨੰਦ ਦੀ ਹੀ ਅਵਸਥਾ ਹੈ ਕਿ ਜਦੋਂ ਆਨੰਦ ਆ ਗਿਆ ਤਾਂ ਬੁੱਧੀ ਦੇ ਵਿੱਚ ਵੀ ਵਿਗਾਸ ਦਾ ਭਾਵ, ਖੁਸ਼ੀ ਦਾ, ਪ੍ਰਸੰਨਤਾ ਦਾ, ਇਹ ਆਉਣਾ ਜ਼ਰੂਰੀ ਹੈ। ਤਾਂ ਇਉਂ ਆਨੰਦ ਸ਼ਬਦ ਜੋ ਹੈ ਉਹ ਇੱਕ ਕਨਸਟੈਂਟ ਥੀਮ ਹੈ, ਭਾਵੇਂ ਸ਼ਬਦ ਇਹ ਵਰਤਿਆ ਗਿਆ ਹੋਵੇ ਜਾਂ ਇਹਦੇ ਸਮਾਨਾਰਥਕ ਸ਼ਬਦ ਵਰਤੇ ਗਏ ਹੋਣ, ਕਿਉਂਕਿ ਮਨੁੱਖ ਦੇ ਜੀਵਨ ਦਾ ਅੰਤਮ ਜੋ ਟੀਚਾ ਹੈ ਉਹ ਉਸ ਹਰੀ ਪ੍ਰਭੂ ਦੇ ਨਾਲ ਜੁੜ ਕੇ ਉਹਦੇ ਗੁਣਾਂ ਦਾ ਗਾਇਨ ਕਰਕੇ ਜਦੋਂ ਸਾਡੀ ਆਤਮਾ ਦੀ ਉਹ ਉੱਚੀ ਅਵਸਥਾ ਬਣ ਜਾਂਦੀ ਹੈ ਤਾਂ ਉਹ ਉਸ ਨੂੰ ਆਨੰਦ ਨਾਲ ਤੇ ਇਹਨਾਂ ਹੋਰ ਸਾਰੇ ਸ਼ਬਦਾਂ ਦੇ ਨਾਲ ਸਤਿਗੁਰੂ ਜੀ ਨੇ ਸਾਨੂੰ ਸਮਝਾਇਆ ਹੈ। ਤਾਂ ਇਹ ਸਾਰੀਆਂ ਜਿਹੜੀਆਂ ਹਨ ਅਸਲ ਦੇ ਵਿੱਚ ਆਨੰਦ ਸ਼ਬਦ ਵੀ ਤੇ ਬਾਕੀ ਸ਼ਬਦ ਵੀ ਇਹ ਪ੍ਰਭੂ ਮਿਲਾਪ ਦਾ ਹੀ ਵੱਖੋ ਵੱਖਰੇ ਸ਼ਬਦਾਂ ਦੇ ਨਾਲ ਵਰਣਨ ਕੀਤਾ ਗਿਆ ਹੈ। ਭਾਵੇਂ ਸ਼ਬਦ ਤੇ ਨਾਮ ਜਿੰਨੇ ਕੋ ਅਸੀਂ ਜ਼ਿਕਰ ਕੀਤਾ ਹੈ, ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਵਰਤੇ ਗਏ ਹੋਣਗੇ, ਪਰ ਮੂਲ ਸਾਰਿਆਂ ਦਾ ਇੱਕੋ ਹੀ ਹੈ। ਇਹ ਦਰਅਸਲ ਪ੍ਰਭੂ ਮਿਲਾਪ ਦੀ ਅਵਸਥਾ ਹੈ, ਪ੍ਰਭੂ ਨਾਲ ਇੱਕ ਸੁਰਤਾ ਦੀ ਅਵਸਥਾ ਹੈ, ਪ੍ਰਭੂ ਦੀ ਸਿਫਤ ਸਲਾਹ ਦੀ ਅਵਸਥਾ ਹੈ, ਨਾਮ ਸਿਮਰਨ ਦੀ ਅਵਸਥਾ ਹੈ, ਉਹਦੀ ਯਾਦ ਦੀ ਅਵਸਥਾ। ਜਦੋਂ ਮਨੁੱਖ ਉਹਦੇ ਨਾਲ ਜੁੜਿਆ ਹੁੰਦਾ ਹੈ ਇਹ ਆਨੰਦ ਦੀ ਅਵਸਥਾ ਹੁੰਦੀ ਹੈ, ਤੇ ਜਦੋਂ ਉਹਦੇ ਨਾਲ ਟੁੱਟਿਆ ਹੁੰਦਾ ਹੈ ਤਾਂ ਫਿਰ ਇਹ ਆਨੰਦ ਨਹੀਂ, ਕੁਝ ਹੋਰ ਹੁੰਦਾ ਹੈ। ਤੇ ਜਿਵੇਂ ਅੱਗੇ ਜ਼ਿਕਰ ਕੀਤਾ ਹੈ, ਆਨੰਦ ਦੀ ਅਵਸਥਾ ਸਦੀਵੀ ਹੈ, ਕਿਉਂਕਿ ਜਦੋਂ ਮਨੁੱਖ ਅਕਾਲ ਪੁਰਖ ਨਾਲ, ਪ੍ਰਭੂ ਜੀ ਨਾਲ ਜੁੜ ਗਿਆ ਤਾਂ ਫਿਰ ਪ੍ਰਭੂ ਜੀ ਦਾ ਇਹ ਗੁਣ ਹੈ ਕਿ ਜਿਹੜਾ ਉਹਨਾਂ ਦੇ ਨਾਲ ਜੁੜ ਜਾਏ ਉਹਨੂੰ ਆਪਣੇ ਗੁਣ ਬਖਸ਼ ਦਿੰਦੇ ਹਨ। ਤਾਂ ਫਿਰ ਉੱਥੋਂ ਦੁਬਾਰਾ ਰਿਵਰਸ਼ਨ ਆਮ ਤੌਰ ਤੇ ਅਸੀਂ ਕਹਿੰਦੇ ਹਾਂ ਕਿ ਨਹੀਂ ਹੁੰਦੀ। ਤਾਂ ਮਨੁੱਖ ਦੀ ਅਵਸਥਾ ਜਿਹੜੀ ਹੈ ਇਹ ਸਦੀਵੀ ਆਨੰਦ ਦੀ ਅਵਸਥਾ ਬਣ ਜਾਂਦੀ ਹੈ। ਪਰ ਇੱਥੇ ਇੱਕ ਹੋਰ ਗੱਲ ਸਾਨੂੰ ਧਿਆਨ ਰੱਖਣ ਦੀ ਲੋੜ ਹੈ ਕਿ ਗੁਰਮਤ ਅਨੁਸਾਰ ਆਨੰਦ ਦੀ ਅਵਸਥਾ ਕਿਸੇ ਖਾਸ ਸਮਾਧੀ, ਆਸਨ, ਜੁਗਤ ਜਾਂ ਧਿਆਨ ਟਿਕਾਉਣ ਦੇ ਨਾਲ, ਧਾਰਨਾ, ਤਰਾਟਕ ਜਾਂ ਹੋਰ ਕਿਸੇ ਵੀ ਖਾਸ ਢੰਗ ਨਾਲ ਜੋ ਪ੍ਰਾਪਤ ਕੀਤੀਆਂ ਅਵਸਥਾ ਹਨ ਉਹ ਨਹੀਂ ਹਨ, ਕਿਉਂਕਿ ਉਹ ਸਾਰੀਆਂ ਬੜੀਆਂ ਥੋੜ ਚਿੜੀਆਂ ਅਵਸਥਾ। ਉਹਨਾਂ ਨੂੰ ਪ੍ਰਾਪਤ ਕਰਨ ਦੇ ਲਈ ਤਰੱਦਦ ਵੀ ਬੜਾ, ਮਿਹਨਤ ਵੀ ਬੜੀ ਕਰਨੀ ਪੈਂਦੀ ਹੈ, ਜ਼ੋਰ ਵੀ ਬੰਦੇ ਦਾ ਬੜਾ ਲੱਗਦਾ ਹੈ, ਔਰ ਉਹ ਘੜੀ ਦੀ ਘੜੀ ਹੀ ਰਹਿੰਦੀਆਂ ਹਨ। ਥੋੜੀ ਦੇਰ ਦੇ ਪਿੱਛੋਂ ਉਹ ਅਵਸਥਾ ਟੁੱਟ ਜਾਂਦੀ। ਅਸੀਂ ਆਮ ਇਹ ਕਹਾਣੀਆਂ ਵੀ, ਪੌਰਾਣਿਕ ਕਹਾਣੀਆਂ ਸੁਣਦੇ ਹਾਂ ਕਿ ਤਪੱਸਿਆ ਦੇ ਵਿੱਚ ਕੋਈ ਮਹਾਰਿਸ਼ੀ ਲੀਨ ਹੈ ਤੇ ਉਹਦੀ ਸਮਾਧੀ ਤੋੜਨ ਲਈ ਕੁਝ ਘਟਨਾ ਹੋਈ ਤੇ ਉਹਦੀ ਸਮਾਧੀ ਟੁੱਟ ਗਈ ਤੇ ਫਿਰ ਉਹਦੀ ਅਵਸਥਾ ਵਾਪਸ ਆ ਗਈ। ਤੇ ਫਿਰ ਉਹਦੀ ਅਵਸਥਾ, ਉਸ ਦੀ ਜਿਹੜੀ ਉਸ ਤੋਂ ਪਿੱਛੋਂ ਹੋਈ ਹਾਲਤ ਹੁੰਦੀ, ਸਾਨੂੰ ਪਤਾ ਲੱਗ ਜਾਂਦਾ ਹੈ ਕਿ ਉਹ ਆਨੰਦ ਦੀ ਅਵਸਥਾ ਨਹੀਂ ਸੀ, ਉਹ ਕੁਝ ਹੋਰ ਹੀ ਸੀ। ਕਿਉਂਕਿ ਰਿਸ਼ੀਆਂ ਦੇ ਸਰਾਪ ਦੇਣ ਦੀਆਂ ਘਟਨਾਵਾਂ ਵੀ ਜਿਹੜੀਆਂ ਨੂੰ ਅਣਗਿਣਤ ਹੀ ਪੁਰਾਣਾਂ ਦੇ ਵਿੱਚ ਭਰੀਆਂ ਹੋਈਆਂ ਹਨ। ਕਿਸੇ ਛੋਟੀ ਜਿਹੀ ਗੱਲ ਤੋਂ ਨਾਰਾਜ਼ ਹੋ ਗਏ ਤੇ ਉਹ ਸਰਾਪ ਦੇਣ ਲੱਗ ਗਏ ਕਿ ਤੇਰਾ ਇਸ ਤਰ੍ਹਾਂ ਹੋ ਜਾਏ, ਤੂੰ ਪੱਥਰ ਬਣ ਜਾਏ, ਤੇ ਪਤਾ ਨਹੀਂ ਕੀ ਕੀ ਉਹ ਅਨੇਕਾਂ ਕਹਾਣੀਆਂ ਹਨ ਜਿਹੜੀਆਂ ਅਸੀਂ ਸਾਰਿਆਂ ਨੇ ਕਦੇ ਨਾ ਕਦੇ ਸੁਣੀਆਂ ਹੋਣ। ਤਾਂ ਉਹ ਚੀਜ਼ਾਂ ਆਨੰਦ ਦੀ ਅਵਸਥਾ ਨਹੀਂ ਹਨ। ਇਹ ਸਾਰੀਆਂ ਛਿਣ ਭੰਗਰੀ, ਥੋੜ ਚਿੜੀਆਂ ਅਵਸਥਾਵਾਂ ਹਨ, ਜਿਨ੍ਹਾਂ ਨੂੰ ਲੋਕ ਬੜਾ ਵੱਡਾ ਵੱਡਾ ਕਰਕੇ ਦੱਸਦੇ ਹਨ ਕਿ ਇਹਨਾਂ ਦੇ ਰਾਹੀਂ ਇਹ ਪ੍ਰਾਪਤ ਹੁੰਦੀ ਹੈ। ਪਰ ਜਦੋਂ ਉਹਨਾਂ ਸਾਰੀਆਂ ਅਵਸਥਾਵਾਂ ਨੂੰ ਅਸੀਂ ਗੁਰਮਤਿ ਦੀ ਕਸਵੱਟੀ ਦੇ ਉੱਤੇ ਤੋਲੀਏ ਤਾਂ ਉਹ ਊਣੀਆਂ ਦਿਸਦੀਆਂ ਹਨ, ਉਹ ਪੂਰੀਆਂ ਨਹੀਂ ਪੈਂਦੀਆਂ। ਜਿਉਂ-ਜਿਉਂ ਅਸੀਂ ਇਸ ਬਾਣੀ ਦਾ ਅਸੀਂ ਸਮਝਣ ਦੀ ਕੋਸ਼ਿਸ਼ ਕਰਾਂਗੇ ਤੇ ਸਾਨੂੰ ਨਾਲ ਨਾਲ ਇਹਨਾਂ ਚੀਜ਼ਾਂ ਦੀ ਵੀ ਅੰਡਰਸਟੈਂਡਿੰਗ ਬਣਦੀ ਜਾਏਗੀ ਵੀ ਇਹ ਜੋ ਅਵਸਥਾ ਹੈ ਉਹ ਉਹਨਾਂ ਚੀਜ਼ਾਂ ਵਿੱਚੋਂ ਨਹੀਂ ਹੈ ਜਿਹੜੀਆਂ ਆਮ ਤੌਰ ਤੇ ਸਾਨੂੰ ਤਰ੍ਹਾਂ ਤਰ੍ਹਾਂ ਦੀ ਮਾਰਕੀਟਿੰਗ ਨਾਲ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਸਗੋਂ ਆਨੰਦ ਅਸਲ ਦੇ ਵਿੱਚ ਇਹਨਾਂ ਸਮਾਧੀਆਂ ਵਗੈਰਾ ਦੀ ਜਾਂ ਜੁਗਤਾਂ ਦੇ ਨਾਲ ਪ੍ਰਾਪਤ ਕੀਤੀ ਅਵਸਥਾ ਨਹੀਂ, ਛਿਣ ਭੰਗਰੀ ਅਵਸਥਾ ਨਹੀਂ। ਆਨੰਦ ਉਹ ਅਵਸਥਾ ਹੈ ਜਿਹੜੀ ਸਤਿਗੁਰੂ ਜੀ ਦੇ ਉਪਦੇਸ਼ ਦੇ ਮੁਤਾਬਕ ਅਸੀਂ ਜਗਤ ਦੇ ਵਿੱਚ ਰਹਿੰਦਿਆਂ ਹੋਏ
ਜਗਤ ਦਾ ਕੁਝ ਸਵਾਰਦਿਆਂ ਹੋਇਆਂ, ਭਲਾ ਕਰਦਿਆਂ ਹੋਇਆਂ, ਸੰਸਾਰਿਕ ਜੀਵਨ ਜਿਉਂਦਿਆਂ ਹੋਇਆਂ ਔਰ ਪ੍ਰਭੂ ਦੀ ਯਾਦ ਨੂੰ ਆਪਣੇ ਮਨ ਦੇ ਵਿੱਚ ਵਸਾਇਆ, ਇਹ ਸਾਰਾ ਕੁਝ ਕਰਦਿਆਂ ਪ੍ਰਾਪਤ ਹੁੰਦੀ ਹੈ। ਗੁਰਮਤਿ ਦਾ ਸਿਧਾਂਤ ਕੀ ਹੈ, ਜਿਹੜਾ ਉਸ ਆਨੰਦ ਦੀ ਅਵਸਥਾ ਤੱਕ ਸਾਨੂੰ ਲੈ ਕੇ ਜਾਂਦਾ ਹੈ ਤੇ ਆਨੰਦ ਦੀ ਪ੍ਰਾਪਤੀ ਤੋਂ ਬਾਅਦ ਵੀ ਜਿਹੜਾ ਜਾਰੀ ਰਹਿੰਦਾ ਹੈ, ਉਹ ਸਤਿਗੁਰੂ ਜੀ ਕਹਿੰਦੇ ਹਨ ਕਿ ਨਾਨਕ ਸਤਿਗੁਰ ਭੇਟੀ ਹੈ, ਪੂਰੀ ਹੋਵੇ ਜੁਗਤ, ਹਸੰਦਿਆਂ ਖਿਲੰਦਿਆਂ ਪਹਿਨੰਦਿਆਂ ਖਾਵੰਦਿਆਂ ਵਿੱਚੇ ਹੋਵੇ ਮੋਹ। ਤੋ ਆਨੰਦ ਦੀ ਜੋ ਅਵਸਥਾ ਹੈ, ਉਹ ਆਮ ਤੌਰ ਦੇ ਉੱਤੇ ਦੂਜੇ ਧਰਮਾਂ ਦੇ ਵਿੱਚ, ਦੂਜੀਆਂ ਵਿਚਾਰਧਾਰਾਵਾਂ ਦੇ ਵਿੱਚ ਜੋ ਸਾਨੂੰ ਦੱਸਿਆ ਜਾਂਦਾ ਹੈ, ਜੋ ਇਸ ਦੀ ਪ੍ਰਾਪਤੀ ਦੀ ਜੁਗਤ ਹੈ, ਜੋ ਦੂਜੀਆਂ ਵਿਚਾਰਧਾਰਾਵਾਂ ਦੇ ਵਿੱਚ ਸਾਨੂੰ ਦੱਸੀ ਜਾਂਦੀ ਹੈ, ਇਹ ਉਸ ਤੋਂ ਬਿਲਕੁਲ ਫਰਕ ਹੈ। ਇਹ ਉਹ ਜੁਗਤ ਹੈ ਜੋ ਗੁਰਮਤਿ ਦੇ ਗਾਡੀ ਰਾਹ ਦੇ ਉੱਤੇ ਚੱਲਦੇ ਹਾਂ ਅਸੀਂ ਪ੍ਰਾਪਤ ਕਰਨੀ ਹੈ। ਔਰ ਇਹ ਜੋ ਬਾਣੀ ਹੈ, ਇਹ ਆਨੰਦ ਦੀ ਪ੍ਰਾਪਤੀ ਦਾ ਸਫ਼ਰ ਹੈ, ਪਰ ਸਫ਼ਰ ਹੈ ਉਸ ਤਰ੍ਹਾਂ ਦੇ ਢੰਗ ਦੇ ਨਾਲ ਹੈ ਜਿਹੜਾ ਗੁਰਮਤਿ ਦੀ ਕਸਵੱਟੀ ਦੇ ਮੁਤਾਬਕ ਹੈ, ਗੁਰਮਤਿ ਸਿਧਾਂਤਾਂ ਦੇ ਮੁਤਾਬਕ ਹੈ, ਸਤਿਗੁਰੂ ਜੀ ਦੇ ਉਪਦੇਸ਼ ਦੇ ਮੁਤਾਬਕ ਹੈ। ਦੂਜੀ ਗੱਲ ਜੋ ਇਸ ਸ਼ਬਦ ਦੇ ਵਿੱਚ ਸਤਿਗੁਰੂ ਜੀ ਨੇ ਪਹਿਲੀ ਪੰਕਤੀ ਦੇ ਵਿੱਚ ਹੀ ਕਹੀ ਹੈ ਕਿ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਹੁਣ ਸਤਿਗੁਰੂ ਮੈਂ ਪਾਇਆ ਸ਼ਬਦ ਨੂੰ, ਹਾਲਾਂਕਿ ਆਪਾਂ ਇਹਦੇ ਵਿਚਾਰ ਅੱਗੇ ਵੀ ਕਈ ਵਾਰ ਕਰ ਚੁੱਕੇ ਹਾਂ ਕਿ ਸਤਿਗੁਰੂ ਜੀ ਦੀ ਪ੍ਰਾਪਤੀ ਦਾ ਮਤਲਬ ਸਰੀਰਕ ਤੌਰ ਤੇ ਮਿਲਾਪ ਨਹੀਂ ਹੈ, ਜਾ ਕੇ ਮੱਥਾ ਟੇਕਣ ਨਾਲ, ਪਰਿਕਰਮਾ ਕਰਨ ਨਾਲ ਜਾਂ ਹੋਰ ਕੋਈ ਅਜਿਹਾ ਸ਼ਰਧਾ ਪ੍ਰਗਟ ਕਰਨ ਵਾਲੇ ਕਰਮ ਦੇ ਨਾਲ ਅਸੀਂ ਇਹ ਨਹੀਂ ਕਹਿ ਸਕਦੇ ਕਿ ਅਸੀਂ ਸਤਿਗੁਰੂ ਪਾ ਲਿਆ। ਇਸ ਦਾ ਅਰਥ ਜੋ ਹੈ ਉਹ ਇੱਕ ਛੋਟੇ ਜਿਹੇ ਐਕਟ ਦੇ ਨਾਲ ਪ੍ਰਾਪਤ ਕੀਤੇ ਜਾਣ ਵਾਲਾ ਨਹੀਂ। ਸਤਿਗੁਰੂ ਦੀ ਪ੍ਰਾਪਤੀ ਕਰਨ ਦੇ ਲਈ ਸਾਨੂੰ ਸਤਿਗੁਰੂ ਦੀ ਸ਼ਰਨ ਪੈਣਾ ਪੈਂਦਾ ਹੈ। ਭਾਵ ਇਹ ਹੈ ਕਿ ਅਸੀਂ ਆਪਣਾ ਆਪਾ, ਆਪਣੀ ਮੱਤ ਗੁਰੂ ਦੇ ਅਰਪਣ ਕਰ ਦਿੰਦੇ ਹਾਂ। ਜਦੋਂ ਸਾਡੇ ਮਨ ਦੀ ਇਹ ਅਵਸਥਾ ਬਣ ਜਾਵੇ ਕਿ ਅਸੀਂ ਆਪਣਾ ਮਨ, ਆਪਣੀ ਮੱਤ ਗੁਰੂ ਦੇ ਅਰਪਣ ਕਰ ਦਿੱਤੀ ਹੈ, ਗੁਰੂ ਦਾ ਉਪਦੇਸ਼ ਅਸੀਂ ਸੁਣਿਆ ਹੈ, ਸਮਝਿਆ ਹੈ, ਗ੍ਰਹਿਣ ਕੀਤਾ ਹੈ, ਉਹ ਸਾਡੇ ਮਨ ਦੇ ਵਿੱਚ ਵਸ ਗਿਆ ਹੈ, ਉਹਨੂੰ ਧਾਰਨ ਕਰ ਲਿਆ ਹੈ ਤੇ ਧਾਰਨ ਕਰਨ ਤੋਂ ਬਾਅਦ ਉਸ ਨੂੰ ਆਪਣੇ ਜੀਵਨ ਦਾ ਅੰਗ ਬਣਾ ਲਿਆ। ਅੰਗ ਬਣਾ ਲਿਆ ਵੀ ਨਹੀਂ, ਸਗੋਂ ਸਾਡਾ ਜੀਵਨ ਹੀ ਉਸ ਉਪਦੇਸ਼ ਦਾ ਰੂਪ ਬਣ ਗਿਆ ਹੈ, ਤਾਂ ਅਸੀਂ ਕਹਿ ਸਕਦੇ ਹਾਂ ਕਿ ਸਤਿਗੁਰੂ ਮੈਂ ਪਾਇਆ। ਹੁਣ ਇਹ ਸਾਨੂੰ ਆਪਣੇ ਅੰਦਰ ਵੀ ਝਾਤੀ ਮਾਰਨ ਦੀ ਲੋੜ ਹੈ, ਕਿਉਂਕਿ ਇਹ ਛੋਟੀ ਗੱਲ ਨਹੀਂ ਹੈ, ਬੜਾ ਔਖਾ ਕੰਮ ਹੈ ਕਿ ਆਪਣਾ ਮਨ ਸਤਿਗੁਰੂ ਜੀ ਦੇ ਅੱਗੇ ਅਰਪਣ ਕਰ ਦੇਣਾ, ਆਪਣਾ ਜਿਹੜੀ ਮੱਤ ਹੈ ਉਹ ਸਤਿਗੁਰੂ ਜੀ ਦੇ ਅੱਗੇ ਅਰਪਣ ਕਰ ਦੇਣੀ ਤੇ ਆਪਣੇ ਜੀਵਨ ਨੂੰ ਪੂਰੀ ਤਰ੍ਹਾਂ ਸਤਿਗੁਰੂ ਜੀ ਦੇ ਉਪਦੇਸ਼ ਦੇ ਅਨੁਸਾਰੀ ਬਣਾ ਲੈਣਾ। ਭਾਵ ਸਾਡੇ ਜੀਵਨ ਦੇ ਵਿੱਚੋਂ ਸਤਿਗੁਰੂ ਜੀ ਦੇ ਉਪਦੇਸ਼ ਦੀ ਝਲਕ ਦਿਸਣੀ ਸ਼ੁਰੂ ਹੋ ਜਾਵੇ, ਤਾਂ ਅਸੀਂ ਕਹਿ ਸਕਦੇ ਹਾਂ ਕਿ ਸਤਿਗੁਰੂ ਮੈਂ ਪਾਇਆ। ਜੇ ਸਾਡੀ ਉਹ ਅਵਸਥਾ ਹਾਲੇ ਨਹੀਂ ਆਈ ਤਾਂ ਫਿਰ ਸਾਨੂੰ ਆਪਣੇ ਮਨ ਦੇ ਵਿੱਚ ਬਿਲਕੁਲ ਕਲੀਅਰ ਹੋਣਾ ਚਾਹੀਦਾ ਹੈ ਕਿ ਅਸੀਂ ਹਾਲੇ ਆਨੰਦ ਦੇ ਅਧਿਕਾਰੀ ਵੀ ਨਹੀਂ, ਕਿਉਂਕਿ ਇਹ ਜਿਹੜਾ ਪਹਿਲੀ ਪੰਕਤੀ ਹੈ, ਇਹਨੂੰ ਅਸੀਂ ਇੱਕ ਕਿਸਮ ਨਾਲ ਸਤਿਗੁਰੂ ਜੀ ਦੀ ਕੰਡੀਸ਼ਨ ਵੀ ਸਮਝ ਸਕਦੇ ਹਾਂ ਕਿ ਆਨੰਦ ਭਇਆ ਮੇਰੀ ਮਾਏ। ਤਾਂ ਇਹਨੂੰ ਇਉਂ ਸਮਝੀਏ ਕਿ ਕਿਵੇਂ ਕਿ ਸਤਿਗੁਰੂ ਮੈਂ ਪਾਇਆ। ਤਾਂ ਇਹ ਸਤਿਗੁਰੂ ਮੈਂ ਪਾਇਆ ਦੇ ਅਰਥ ਸਮਝਣੇ ਸਾਡੇ ਲਈ ਇਹਦੀ ਕਲੈਰਿਟੀ ਬਹੁਤ ਜ਼ਰੂਰੀ ਹੈ ਕਿ ਮਤਾ ਇਹ ਸਮਝ ਲਈਏ ਕਿ ਅਸੀਂ ਗੁਰਦੁਆਰੇ ਜਾ ਕੇ ਮੱਥਾ ਟੇਕ ਕੇ, ਪਰਿਕਰਮਾ ਕਰਕੇ, ਕੁਛ ਮਾਇਆ ਭੇਟ ਕਰਕੇ ਜਾਂ ਕੁਛ ਥੋੜਾ ਬਹੁਤ ਆਪਣੇ ਜੀਵਨ ਦੇ ਵਿੱਚ ਕੁਝ ਚੀਜ਼ਾਂ ਨੂੰ ਧਾਰਨ ਕਰਕੇ ਤੇ ਅਸੀਂ ਇਹ ਕਹਿ ਸਕੀਏ ਕਿ ਅਸੀਂ ਸਤਿਗੁਰੂ ਨੂੰ ਪ੍ਰਾਪਤ ਕਰ ਲਿਆ ਹੈ। ਹਾਂ, ਜਦੋਂ ਅਸੀਂ ਇਸ ਰਸਤੇ ਦੇ ਉੱਤੇ ਚੱਲਣ ਲਈ ਇੱਕ ਕਦਮ ਵੀ ਚੁੱਕਦੇ ਹਾਂ ਤਾਂ ਅਸੀਂ ਸਤਿਗੁਰੂ ਜੀ ਦੇ ਸਿੱਖ ਕਹਾਉਣ ਦੇ, ਉਹਨਾਂ ਦੇ ਸਟੂਡੈਂਟ, ਉਹਨਾਂ ਦੇ ਵਿਦਿਆਰਥੀ ਕਹਾਉਣ ਦੇ ਕਾਬਿਲ ਤਾਂ ਹੋ ਜਾਂਦੇ ਆ, ਪਰ ਸਹੀ ਅਰਥਾਂ ਵਿੱਚ ਸਤਿਗੁਰੂ ਨੂੰ ਪਾਉਣ ਦੀ ਅਵਸਥਾ ਜਿਹੜੀ ਹੈ ਉਹ ਹਲੇ ਲੰਬੇ ਸਫ਼ਰ ਦੀ ਹੈ, ਜਿਹੜਾ ਸਾਡੇ ਵਿੱਚੋਂ ਬਹੁਤਿਆਂ ਨੇ ਹਲੇ ਕਰਨਾ ਹੁੰਦਾ ਹੈ। ਤੇ ਇੱਕ ਇਹਦੇ ਵਿੱਚ ਸਤਿਗੁਰੂ ਜੀ ਨੇ ਹੋਰ ਸ਼ਬਦ ਦੂਜੀ ਪੰਕਤੀ ਦੇ ਵਿੱਚ ਵਰਤਿਆ ਹੈ, ਸਹਿਜ। ਇਹ ਸ਼ਬਦ ਵੀ ਉਹ ਸ਼ਬਦ ਹੈ, ਇਹ ਸਿਧਾਂਤ ਉਹ ਸਿਧਾਂਤ ਹੈ ਜਿਹਦੇ ਬਾਰੇ ਸਾਨੂੰ ਥੋੜੀ ਜਿਹੀ ਕਲੈਰਿਟੀ ਚਾਹੀਦੀ ਹੈ। ਸਹਿਜ ਦਾ ਜੋ ਅਰਥ ਹੈ ਉਹ ਅਡੋਲਤਾ ਹੈ। ਭਾਵ ਖੁਸ਼ੀ ਆਵੇ, ਗਮੀ ਆਵੇ, ਸੁੱਖ ਆਵੇ, ਦੁੱਖ ਆਵੇ, ਉਤਾਰ ਆਵੇ, ਜ਼ਿੰਦਗੀ ਦਾ ਚੜਾਅ ਆਵੇ,
ਚੜ੍ਹਦੀ ਕਲਾ ਆਵੇ, ਢਹਿੰਦੀ ਕਲਾ ਆਵੇ। ਭਾਵ ਇਹੋ ਜਿਹੇ ਮੌਕੇ ਬਣਦੇ ਨੇ ਜੀਵਨ ਦੇ ਵਿੱਚ, ਖਾਸ ਕਰਕੇ ਗ੍ਰਸਤੀ ਜੀਵਨ ਦੇ ਵਿੱਚ, ਕਿ ਉਹ ਮਨ ਕਦੀ ਉੱਪਰ ਜਾਂਦਾ ਹੈ, ਕਦੀ ਥੱਲੇ ਜਾਂਦਾ ਹੈ। ਤਾਂ ਉਹ ਮਨ ਨੂੰ ਅਸੀਂ ਡੋਲਣਾ ਕਹਿੰਦੇ ਹਾਂ। ਉਸੇ ਤਰ੍ਹਾਂ ਹੀ ਬਿਲਕੁਲ ਜਿਵੇਂ ਅਸੀਂ ਪੈਂਡੂਲਮ ਨੂੰ ਵੀ ਕਹਿੰਦੇ ਹਾਂ ਕਿ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਡੋਲਦਾ ਹੈ, ਸਾਡੀ ਵੀ ਅਵਸਥਾ ਉਹੀ ਹੈ ਕਿ ਅਸੀਂ ਵੀ ਇਸੇ ਤਰ੍ਹਾਂ ਹੀ ਡੋਲਦੇ ਰਹਿੰਦੇ। ਕਦੀ ਸੁੱਖ ਵੱਲ ਚਲੇ ਗਏ ਤਾਂ ਸੁੱਖ ਦਾ ਉਲਾਰ ਆ ਗਿਆ, ਬਹੁਤ ਖੁਸ਼ ਹੋ ਗਏ। ਦੁੱਖ ਆਇਆ ਤੇ ਬਿਲਕੁਲ ਹੀ ਦੁਖੀ ਹੋ ਗਏ, ਉਧਰ ਉਲਾਰ ਆ ਗਿਆ। ਤੇ ਫਿਰ ਤਰ੍ਹਾਂ ਤਰ੍ਹਾਂ ਦੀਆਂ ਮਾੜੀਆਂ ਸੋਚਾਂ ਵੀ ਸੋਚਣੀਆਂ ਸ਼ੁਰੂ ਕਰ ਦਿੰਦੇ ਹਾਂ। ਜਦੋਂ ਕਿਸੇ ਨੂੰ ਪਿਆਰ ਕਰਦੇ ਹਾਂ ਤੇ ਉਹਦੇ ਵਿੱਚ ਵੀ ਉਲਾਰ ਹੈ, ਤੇ ਜਦੋਂ ਕੋਈ ਚੰਗਾ ਨਹੀਂ ਲੱਗਦਾ ਤੇ ਉਹਦੇ ਨਾਲ ਦੁਸ਼ਮਣੀਆਂ ਕਰਨ ਲੱਗ ਜਾਂਦੇ ਹਾਂ। ਤਾਂ ਇਹ ਅਡੋਲਤਾ ਦੀ ਨਹੀਂ, ਇਹ ਡੋਲਣ ਦੀ ਅਵਸਥਾ ਹੁੰਦੀ ਹੈ। ਡੋਲਣ ਦੀ ਅਵਸਥਾ ਤੋਂ ਅਡੋਲਤਾ ਦੀ ਅਵਸਥਾ ਜਿਹੜੀ ਹੈ ਉਹਨੂੰ ਸਹਿਜ ਕਿਹਾ ਗਿਆ ਹੈ। ਭਾਵ ਜਦੋਂ ਮਨ ਡੋਲਣਾ ਬੰਦ ਕਰ ਦੇਵੇ, ਨਾ ਬਹੁਤੀ ਖੁਸ਼ੀ ਵਿੱਚ ਜਾਵੇ, ਨਾ ਦੁੱਖ ਵਿੱਚ ਜਾਵੇ, ਭਾਵ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਜਿਵੇਂ ਪੈਂਡੂਲਮ ਬਾਰ-ਬਾਰ ਕਦੀ ਖੱਬੇ ਕਦੀ ਸੱਜੇ ਜਾਂਦਾ ਹੈ, ਉਸ ਤਰ੍ਹਾਂ ਅਸੀਂ ਜਾਣਾ ਬੰਦ ਕਰ ਦਈਏ। ਇੱਕ ਬੈਲੈਂਸ ਦਾ ਜੀਵਨ ਹੋ ਜਾਏ ਸਾਡਾ, ਸਿਰਫ ਸੰਸਾਰਿਕ ਹੀ ਨਹੀਂ, ਮਾਨਸਿਕ ਤੇ ਆਤਮਿਕ ਜੀਵਨ ਵੀ ਸਾਡਾ ਇੱਕ ਬੈਲੈਂਸਡ ਜੀਵਨ ਹੋ ਜਾਏ। ਭਾਵ ਦੁਨੀਆ ਦੇ ਵਿੱਚ ਵਰਤ ਰਹੀਆਂ ਚੰਗੀਆਂ ਮਾੜੀਆਂ ਗੱਲਾਂ ਸਾਡੇ ਮਨ ਦੇ ਉੱਤੇ, ਆਤਮਿਕ ਜੀਵਨ ਉੱਤੇ ਅਸਰ ਪਾਉਣਾ ਬੰਦ ਕਰ ਦੇ, ਉਸ ਨੂੰ ਸਹਿਜ ਕਿਹਾ ਜਾਂਦਾ ਹੈ। ਤਾਂ ਫਿਰ ਮਨ ਡੋਲਦਾ ਕਿਉਂ ਹੈ, ਸਹਿਜ ਦੀ ਪ੍ਰਾਪਤੀ ਕਿਉਂ ਨਹੀਂ ਹੁੰਦੀ? ਇਹਦੇ ਵੀ ਸਾਨੂੰ ਕਈ ਤਰ੍ਹਾਂ ਦੇ ਤਕਨੀਕਾਂ ਜੁਗਤਾਂ ਦੱਸੀਆਂ ਜਾਂਦੀਆਂ ਹਨ, ਪਰ ਜੇ ਇਹਨੂੰ ਬੇਸਿਕ ਲੈਵਲ ਦੇ ਉੱਤੇ ਅਸੀਂ ਸਮਝਣ ਦੀ ਕੋਸ਼ਿਸ਼ ਕਰੀਏ, ਗੱਲ ਬੜੀ ਸ਼ਾਂਤ ਹੈ ਕਿ ਅਸੀਂ ਡੋਲਦੇ ਉਦੋਂ ਹੀ ਹਾਂ ਜਦੋਂ ਅਸੀਂ ਵਿਕਾਰਾਂ ਦੇ ਕੰਟਰੋਲ ਦੇ ਵਿੱਚ ਹੁੰਦੇ ਹਾਂ, ਜਦੋਂ ਅਸੀਂ ਵਿਕਾਰਾਂ ਦੇ ਅਸਰ ਹੇਠ ਹੁੰਦੇ ਹਾਂ। ਕ੍ਰੋਧ ਦੇ ਅਸਰ ਵਿੱਚ ਹੁੰਦੇ ਹਾਂ ਤਾਂ ਇੱਕ ਵਾਰੀ ਕ੍ਰੋਧਿਤ ਹੋ ਜਾਂਦੇ ਹਾਂ ਤੇ ਫਿਰ ਸ਼ਾਂਤ ਹੋ ਜਾਂਦੇ ਹਾਂ, ਇਹ ਡੋਲਣਾ ਹੋ ਗਿਆ। ਇਸੇ ਤਰ੍ਹਾਂ ਹੀ ਤ੍ਰਿਸ਼ਨਾ ਤੇ ਫਿਰ ਸੰਤੋਖ, ਜਾਂ ਲੋਭ ਤੇ ਫਿਰ ਸੰਤੋਖ, ਇਸੇ ਤਰ੍ਹਾਂ ਹੀ ਕਾਮ ਦੇ ਅਧੀਨ ਹੋ ਜਾਂਦੇ ਆ ਤੇ ਫਿਰ ਉਸ ਤੋਂ ਬਾਅਦ ਅਸੀਂ ਕੀ ਕਹੀਏ ਕਿ ਕੰਟਰੋਲ ਵਾਲਾ ਜੀਵਨ ਜੀਣ ਲੱਗ ਜਾਂਦੇ ਹਾਂ। ਇਸੇ ਤਰ੍ਹਾਂ ਹੀ ਮੋਹ ਦੇ ਵਿੱਚ ਚਲੇ ਜਾਂਦੇ ਹਾਂ ਤੇ ਫਿਰ ਉਹਨੂੰ ਕਾਬੂ ਵਿੱਚ ਵੀ ਆ ਜਾਂਦੇ ਹਾਂ ਤੇ ਕਈ ਵਾਰੀ ਵਿਰਾਗ ਤੱਕ ਵੀ ਪਹੁੰਚ ਜਾਂਦੇ ਹਾਂ। ਤਾਂ ਇਹ ਦਰਅਸਲ ਡੋਲਣ ਦੀ ਜਿਹੜੀ ਖੇਡ ਹੈ, ਇਹ ਪੰਜਾਂ ਦੁਸ਼ਮਣਾਂ ਦੇ ਵਸ ਵਿੱਚ ਪੈ ਜਾਣ ਦੀ ਖੇਡ ਹੈ। ਤਾਂ ਸਹਿਜ ਅਵਸਥਾ ਤਾਂ ਇਸ ਦਾ ਅਰਥ ਇਹ ਸਪਸ਼ਟ ਹੋ ਗਿਆ ਕਿ ਜਦੋਂ ਤੱਕ ਇਹਨਾਂ ਪੰਜਾਂ ਦੁਸ਼ਮਣਾਂ ਤੋਂ ਸਾਡਾ ਛੁਟਕਾਰਾ ਨਹੀਂ ਹੁੰਦਾ, ਉਦੋਂ ਤੱਕ ਸਾਡੀ ਸਹਿਜ ਅਵਸਥਾ ਨਹੀਂ ਆ ਜਾਂਦੀ। ਤੇ ਜਦੋਂ ਇਹ ਛੁਟਕਾਰਾ ਹੋ ਗਿਆ ਤਾਂ ਹੀ ਇਹ ਸਹਿਜ ਅਵਸਥਾ ਇਹ ਪਹੁੰਚਦੀ ਹੈ। ਤਾਂ ਇੱਕ ਵਾਰੀ ਗਰਮ ਹੋ ਕੇ ਫਿਰ ਠੰਡੇ ਹੋ ਜਾਣਾ, ਤੇਜ਼ ਹੋ ਕੇ ਹੌਲੀ ਹੋ ਜਾਣਾ, ਇਸ ਟਾਈਪ ਦੀ ਜਦੋਂ ਸਾਡੀ ਅਵਸਥਾ ਆਣੀ ਬੰਦ ਹੋ ਜਾਂਦੀ ਹੈ ਤਾਂ ਫਿਰ ਇਹਦੇ ਅਰਥ ਹੋ ਜਾਂਦੇ ਹਨ ਕਿ ਹੁਣ ਸਾਡਾ ਜੀਵਨ ਇੱਕ ਬੈਲੈਂਸਡ ਤਰੀਕੇ ਨਾਲ ਚੱਲ ਰਿਹਾ ਹੈ, ਜਿਹਦੇ ਉੱਤੇ ਸਾਡੇ ਆਤਮਿਕ ਪੱਧਰ ਉੱਤੇ ਵੀ ਕੋਈ ਛੋਟੀ ਮੋਟੀ ਘਟਨਾ ਜੀਵਨ ਦੀ ਸਾਡੇ ਉੱਤੇ ਅਸਰ ਨਹੀਂ ਪਾ ਸਕਦੀ। ਉਹ ਇੱਕ ਸ਼ਾਂਤ, ਅਟਲ, ਇਸੇ ਕਰਕੇ ਹੀ ਇਹਨੂੰ ਅਡੋਲ ਕਿਹਾ ਜਾਂਦਾ ਹੈ। ਇਹਦੇ ਅਰਥ ਕੀਤੇ ਜਾਂਦੇ ਹਨ ਕਿ ਸਹਿਜ ਆਉਣ ਦਾ ਅਰਥ ਹੈ ਅਡੋਲਤਾ ਆ ਜਾਏ। ਅਡੋਲਤਾ ਦਾ ਅਰਥ ਹੈ ਕਿ ਮਨ ਦੀਆਂ ਭਾਵਨਾਵਾਂ ਦੇ ਅਧੀਨ ਹੋ ਕੇ ਅਸੀਂ ਜ਼ਿੰਦਗੀ ਨੂੰ ਜੀਣਾ ਛੱਡ ਕੇ ਅਡੋਲਤਾ ਦਾ ਜੀਵਨ ਜੀਣਾ ਸ਼ੁਰੂ ਕਰ ਦਿੰਦੇ ਹਾਂ। ਜੋ ਨੌਵੇਂ ਪਾਤਸ਼ਾਹ ਜੀ ਦਾ ਸ਼ਬਦ ਹੈ, ਆਪ ਸਾਰੇ ਜਾਣਦੇ ਹੋ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹ ਯਾਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ। ਉਹ ਜੋ ਪੂਰਾ ਸ਼ਬਦ ਹੈ ਉਹ ਸਹਿਜ ਦੀ, ਅਡੋਲਤਾ ਦੀ ਹੀ ਅਵਸਥਾ ਹੈ। ਉਹ ਅਵਸਥਾ ਹੈ ਇੱਕ ਗੁਰਸਿੱਖ ਦੀ। ਸਤਿਗੁਰੂ ਕਹਿੰਦੇ ਹਨ ਕਿ ਜਦੋਂ ਇਨਸਾਨ ਦੇ ਉੱਤੇ ਉਹਦੇ ਲਈ ਮਿੱਟੀ ਵੀ, ਸੋਨਾ ਵੀ, ਹਰ ਚੀਜ਼ ਬਰਾਬਰ ਹੋ ਜਾਵੇ ਕਿ ਉਹਦੇ ਚ ਕਿਸੇ ਚੀਜ਼ ਦਾ ਮਿਲਣਾ ਜਾਂ ਗਵਾਉਣਾ ਉਹਦੀ ਆਤਮਿਕ ਜੀਵਨ ਦੇ ਉੱਤੇ ਕੋਈ ਅਸਰ ਨਾ ਪਾਵੇ, ਤਾਂ ਉਹ ਸਹਿਜ ਹੁੰਦਾ ਹੈ। ਆਓ ਹੁਣ ਆਪਾਂ ਇਸ ਪੌੜੀ ਦੇ ਅਰਥ ਕਰੀਏ ਤੇ ਫਿਰ ਇਸ ਦੀ ਵਿਚਾਰ ਕਰੀਏ ਜੀ। ਆਨੰਦ ਭਇਆ ਮੇਰੀ ਮਾਏ, ਆਨੰਦ ਦੇ ਜਿਵੇਂ ਅਸੀਂ ਅਰਥ ਕੀਤੇ ਹਨ, ਆਤਮਿਕ ਅਵਸਥਾ ਉਹ ਜਿਹਦੇ ਸੰਪੂਰਨ ਤੌਰ ਤੇ ਖਿੜਾਓ, ਆਤਮਾ ਖਿੜੀ ਹੋਈ ਹੋਵੇ, ਪੂਰਨ ਖਿੜਾਓ ਦੀ ਜੋ ਅਵਸਥਾ ਹੈ, ਤੇ ਸਤਿਗੁਰੂ ਮੈਂ ਪਾਇਆ, ਭਾਵ ਮੈਂ ਸਤਿਗੁਰੂ ਪ੍ਰਾਪਤ ਕਰ ਲਿਆ ਹੈ ਕਿ ਹੇ ਭਾਈ, ਹੇ ਮੇਰੀ ਮਾਂ। ਇੱਥੇ ਸਤਿਗੁਰੂ ਜੀ ਨੇ ਮਾਏ ਸ਼ਬਦ ਵਰਤਿਆ।
ਮਾਏ ਸ਼ਬਦ ਜੋ ਹੈ ਇਹ ਅਸੀਂ ਆਮ ਆਪਣੇ ਜੀਵਨ ਦੇ ਵਿੱਚ ਵੀ ਜਦੋਂ ਕੋਈ ਗੱਲ ਕਹਿਣੀ ਹੁੰਦੀ ਹੈ ਜਿਹਦੇ ਨਾਲ ਅਸੀਂ ਬੜੇ ਡੀਪਲੀ ਇਮੋਸ਼ਨਲੀ ਇਨਵੋਲਵਡ ਹੁੰਦੇ ਹਾਂ, ਤੇ ਅਸੀਂ ਆਪਣੀ ਮਾਂ ਦਾ ਨਾਂ ਲੈ ਦਿੰਦੇ ਹਾਂ। ਮਾਂ ਨਾਲ ਚੁੱਕੇ ਸਾਡਾ ਸਭ ਦਾ ਪਿਆਰ ਬੜਾ ਹੁੰਦਾ ਹੈ। ਪਰ ਜਦੋਂ ਗੱਲ ਕਹਿ ਰਹੇ ਹਨ ਸਤਿਗੁਰੂ ਜੀ, ਇਹ ਸਿਰਫ ਇੱਕ ਤੇ ਮਾਂ ਨਾਲ ਨਹੀਂ ਗੱਲ ਕਰਦੇ, ਇਹ ਸਾਡੇ ਸਾਰਿਆਂ ਨਾਲ ਗੱਲ ਕਰ ਰਹੇ ਹਨ। ਇਸੇ ਕਰਕੇ ਇਹਦੇ ਅਰਥ ਦੋ ਕੀਤੇ ਜਾਂਦੇ ਹਨ ਕਿ ਹੇ ਭਾਈ, ਹੇ ਮੇਰੀ ਮਾਂ, ਮੇਰੇ ਅੰਦਰ ਪੂਰਨ ਖਿੜਾਓ ਪੈਦਾ ਹੋ ਗਿਆ ਹੈ। ਕਿਉਂ? ਕਿਉਂਕਿ ਮੈਨੂੰ ਸਤਿਗੁਰੂ ਪ੍ਰਾਪਤ ਹੋ ਗਿਆ ਹੈ, ਮਿਲ ਪਿਆ। ਹੁਣ ਇੱਥੇ ਮਿਲਣ ਦਾ ਅਰਥ ਅਸੀਂ ਉਸ ਸੈਂਸ ਵਿੱਚ ਲੈਣਾ ਹੈ ਜਿਵੇਂ ਕਿ ਆਪਾਂ ਪਹਿਲਾਂ ਵਿਚਾਰ ਕੀਤੀ। ਅੱਗੇ ਸਤਿਗੁਰੂ ਕਹਿੰਦੇ ਹਨ ਕਿ ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਚੀਆਂ ਵਧਾਈ। ਸਤਿਗੁਰ ਤਾਂ ਪਾਇਆ ਭਾਵ ਮੈਂ ਸਤਿਗੁਰੂ ਪ੍ਰਾਪਤ ਕਰ ਲਿਆ ਹੈ ਸਹਿਜ ਸੇਤੀ। ਸੇਤੀ ਦਾ ਮਤਲਬ ਹੈ ਕਿ ਸਹਿਜ ਦੇ ਨਾਲ ਹੀ, ਭਾਵ ਸਤਿਗੁਰੂ ਦੇ ਨਾਲ ਹੀ ਮੈਨੂੰ ਸਹਿਜ ਦੀ ਅਵਸਥਾ ਦੀ ਵੀ ਪ੍ਰਾਪਤੀ ਹੋ ਗਈ। ਤੇ ਮਨ ਵਿੱਚ ਵਜੀਆਂ ਵਧਾਈਆਂ। ਵਧਾਈਆਂ ਅਸੀਂ ਕਹਿੰਦੇ ਹਾਂ ਉਹਨਾਂ ਗੀਤਾਂ ਨੂੰ ਜਿਨ੍ਹਾਂ ਦੇ ਵਿੱਚ ਖੁਸ਼ੀ ਦਾ, ਚੜ੍ਹਦੀ ਕਲਾ ਦਾ, ਉਤਸ਼ਾਹ ਦਾ ਪ੍ਰਗਟਾਵਾ ਹੋਵੇ, ਜੋ ਆਮ ਅਸੀਂ ਜ਼ਿੰਦਗੀ ਦੇ ਵਿੱਚ ਘਰ ਕਿਸੇ ਬਾਲ ਦੇ ਜਨਮ ਲੈਣ ਨਾਲ ਜਾਂ ਵਿਆਹ ਦੇ ਮੌਕੇ ਦੇ ਉੱਤੇ ਫਿਰ ਵਧਾਈਆਂ ਗਾਈਆਂ ਜਾਂਦੀਆਂ ਹਨ, ਜਿਹੜੇ ਕਿ ਗੀਤ ਹੁੰਦੇ ਹਨ ਜਿਨ੍ਹਾਂ ਦੇ ਵਿੱਚ ਵਧਾਈਆਂ ਸ਼ਬਦ ਵੀ ਬਾਰ-ਬਾਰ ਆਉਂਦਾ ਹੈ ਔਰ ਮਨ ਨੂੰ ਉਤਸ਼ਾਹ ਦੇਣ ਵਾਲੀਆਂ ਬੜੀਆਂ ਗੱਲਾਂ ਉਹਦੇ ਵਿੱਚ ਹੁੰਦੀਆਂ। ਸਤਿਗੁਰੂ ਕਹਿ ਰਹੇ ਹਨ ਕਿ ਮੈਂ ਸਤਿਗੁਰੂ ਤਾਂ ਪਾਇਆ, ਮੈਨੂੰ ਗੁਰੂ ਤਾਂ ਮਿਲ ਗਿਆ ਹੈ, ਭਾਵ ਮੈਂ ਸਤਿਗੁਰੂ ਨੂੰ ਪ੍ਰਾਪਤ ਕਰ ਲਿਆ ਹੈ, ਅਤੇ ਨਾਲ ਹੀ ਮੈਨੂੰ ਅਡੋਲ ਅਵਸਥਾ, ਸਹਿਜ ਅਵਸਥਾ ਵੀ ਪ੍ਰਾਪਤ ਹੋ ਗਈ। ਭਾਵ ਮੈਨੂੰ ਗੁਰੂ ਦੇ ਮਿਲਣ ਦੇ ਨਾਲ ਹੀ ਮਨ ਡੋਲਣੋਂ ਹਟ ਗਿਆ। ਅਤੇ ਮਨ ਨੂੰ ਡੋਲਣਾ ਹਟਿਆ ਹੈ ਤਾਂ ਇਸ ਤਰ੍ਹਾਂ ਸਮਝੋ ਕਿ ਮੇਰੇ ਮਨ ਦੇ ਵਿੱਚ ਖੁਸ਼ੀ ਦੇ ਵਾਜੇ ਵੱਜਣ ਲੱਗ ਪਏ। ਵਧਾਈਆਂ ਭਾਵ ਅੰਦਰ ਜਿਵੇਂ ਗੀਤ ਗਾਏ ਜਾਣ ਲੱਗ ਜਾਂਦੇ ਹਨ, ਖੁਸ਼ੀ ਦੇ ਵਾਜੇ ਵੱਜਣ ਲੱਗ ਜਾਂਦੇ ਹਨ। ਖੁਸ਼ੀ ਦੇ ਮੌਕੇ ਉੱਤੇ ਅਸੀਂ ਤਰ੍ਹਾਂ ਤਰ੍ਹਾਂ ਦੇ ਸਾਜ਼ ਵੀ ਵਜਾਉਂਦੇ ਹਾਂ। ਤਾਂ ਮਨ ਵਜੀਆਂ ਵਧਾਈਆਂ, ਮੇਰੇ ਮਨ ਵਿੱਚ ਵਧਾਈਆਂ ਵਜਣੀਆਂ ਸ਼ੁਰੂ ਹੋ ਗਈਆਂ ਹਨ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈ। ਰਾਗ ਰਤਨ ਤੋਂ ਭਾਵ ਹੈ ਰਤਨਾ ਵਰਗੇ ਰਾਗ, ਸੋਹਣੇ ਰਾਗ, ਚੰਗੇ ਰਾਗ। ਪਰਵਾਰ ਪਰੀਆਂ, ਪਰੀਆਂ ਦਾ ਅਰਥ ਹੈ ਰਾਗਾਂ ਦੀਆਂ ਪਰੀਆਂ, ਭਾਵ ਰਾਗਣੀ। ਰਾਗਾਂ ਦੇ ਵੀ ਦੋ ਪ੍ਰਕਾਰ ਬਣਾਏ ਜਾਂਦੇ ਹਨ, ਇੱਕ ਪੁਰਸ਼ ਗਿਣੇ ਜਾਂਦੇ ਹਨ, ਇੱਕ ਇਸਤਰੀਆਂ ਗਿਣੀਆਂ ਜਾਂਦੀਆਂ ਹਨ। ਸ਼ਾਇਦ ਉਹਨਾਂ ਦੇ ਸੁਭਾਅ ਦੇ ਕਾਰਨ ਹੁੰਦਾ ਹੋਵੇ। ਤਾਂ ਉਹਨਾਂ ਵਿੱਚੋਂ ਕੁਝ ਨੂੰ ਰਾਗ ਕਿਹਾ ਜਾਂਦਾ ਹੈ, ਕੁਝ ਨੂੰ ਰਾਗਣੀਆਂ ਕਿਹਾ ਜਾਂਦਾ। ਤਾਂ ਇਸੇ ਕਰਕੇ ਰਾਗਾਂ ਦੇ ਵੀ ਕਈ ਨਾਮ ਇਸਤਰੀ ਵਾਚਕ ਵੀ ਹੁੰਦੇ ਹਨ ਤੇ ਪੁਰਸ਼ ਵਾਚਕ ਵੀ ਹੁੰਦੇ ਹਨ। ਤਾਂ ਇੱਥੇ ਉਹਨਾਂ ਦੋਹਾਂ ਚੀਜ਼ਾਂ ਦਾ ਸਤਿਗੁਰੂ ਨੇ ਜ਼ਿਕਰ ਕੀਤਾ ਹੈ ਕਿ ਸੋਹਣੇ ਰਾਗ ਆਪਣੀਆਂ ਰਾਗੜੀਆਂ ਨਾਲ ਤੇ ਹੋਰ ਜਿਹੜੇ ਰਾਗਾਂ ਦੀਆਂ ਕਿਸਮਾਂ ਹਨ ਪਰਿਵਾਰ ਦੇ ਨਾਲ ਸ਼ਬਦ ਗਾਉਣ ਆਈਆਂ। ਮਾਨੋ ਇਹ ਸਾਰੇ ਰਾਗ ਰਾਗਣੀਆਂ ਆਪਣੇ ਪਰਿਵਾਰਾਂ ਦੇ ਸਮੇਤ ਸ਼ਬਦਾਂ ਨੂੰ ਗਾਉਣ, ਸ਼ਬਦ ਗਾਉਣ ਆਈਆਂ। ਸ਼ਬਦ ਦਾ ਭਾਵ ਹੈ ਉਸ ਅਕਾਲ ਪੁਰਖ ਦੀ ਸਿਫਤ ਸਲਾਹ ਦੇ ਸ਼ਬਦ, ਉਸ ਅਕਾਲ ਪੁਰਖ ਦੇ ਗੁਣ ਗਾਉਣ ਲਈ ਆ ਗਈਆਂ। ਸਤਿਗੁਰੂ ਜੀ ਕਹਿੰਦੇ ਹਨ ਕਿ ਜਦੋਂ ਮੈਂ ਸਤਿਗੁਰੂ ਨੂੰ ਪਾਇਆ, ਸਤਿਗੁਰੂ ਨੂੰ ਪਾਇਆ ਤੇ ਮੇਰੇ ਜੀਵਨ ਦੇ ਵਿੱਚ ਆਨੰਦ ਆ ਗਿਆ, ਸਹਿਜ ਆ ਗਿਆ ਤੇ ਮੇਰੇ ਮਨ ਦੇ ਵਿੱਚ ਖੁਸ਼ੀਆਂ ਦੇ ਵਾਜੇ ਵੱਜਣ ਲੱਗ ਗਏ। ਇਉਂ ਪ੍ਰਤੀਤ ਹੋਣ ਲੱਗ ਗਿਆ ਕਿ ਮੇਰੇ ਮਨ ਦੇ ਅੰਦਰ ਰਾਗ, ਸੋਹਣੇ ਰਾਗ ਆਪਣੀਆਂ ਰਾਗਣੀਆਂ ਨਾਲ, ਪਰਿਵਾਰਾਂ ਦੇ ਨਾਲ ਆ ਕੇ ਹੁਣ ਕੀ ਕਰਨ ਲੱਗ ਗਏ ਹਨ, ਉਹ ਵਾਹਿਗੁਰੂ ਦੀ, ਅਕਾਲ ਪੁਰਖ ਦੀ, ਪ੍ਰਭੂ ਦੇ ਗੁਣ ਗਾਉਣ ਲੱਗ ਪਏ। ਇਹ ਅਵਸਥਾ ਬਣ ਗਈ। ਹੁਣ ਸਤਿਗੁਰੂ ਜੀ ਦੀ ਸ਼ਰਨ ਵਿੱਚ ਪੈ ਜਾਣ ਦੇ ਨਾਲ ਹੀ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਸਾਨੂੰ ਇਹ ਕੌਣ ਸਮਝਾ ਰਿਹਾ ਹੈ? ਇਹ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਸਮਝਾ ਰਹੇ। ਉਹਨੇ ਆਨੰਦ ਦੀ ਪ੍ਰਾਪਤੀ ਲਈ, ਸਤਿਗੁਰੂ ਦੀ ਪ੍ਰਾਪਤੀ ਲਈ ਟੂਕ ਮਾਤਰ ਹੀ ਆਪਾਂ ਦੇਖ ਲਈਏ ਤੇ ਇੱਕ ਛੋਟੀ ਜਿਹੀ ਝਾਤ ਮਾਰ ਲਈਏ ਤੀਜੇ ਪਾਤਸ਼ਾਹ ਦੇ ਆਪਣੇ ਜੀਵਨ ਦੇ, ਕਿ ਕੋਈ ਵਿਅਕਤੀ 20 ਸਾਲ ਤੱਕ, 21 ਸਾਲ ਤੱਕ ਗੰਗਾ ਦੀ ਯਾਤਰਾ ਕਰਦਾ ਰਿਹਾ। ਜਿਹੜਾ ਵਿਅਕਤੀ ਉਸ ਜ਼ਮਾਨੇ ਦੇ ਵਿੱਚ ਅੱਜ ਤੋਂ 500 ਸਾਲ ਪਹਿਲਾਂ ਗੰਗਾ ਦੀ ਪੈਦਲ ਯਾਤਰਾ ਕਰਦਾ ਹੋਏਗਾ,
ਜਿਹੜੀ ਕਿ ਆਪਣੇ ਆਪ ਵਿੱਚ ਕਠਿਨ ਕਾਲਨਾ ਹੈ, ਉਹ ਇੱਕ ਵਾਰ ਨਹੀਂ 20 ਵਾਰ ਕੀਤੀ ਹੋਵੇ ਜਿਸਨੇ, ਉਹ ਸਾਰੇ ਹੋਰ ਧਰਮ ਕਰਮ ਵੀ ਤਾਂ ਕਰਦਾ ਹੀ ਹੋਵੇਗਾ। ਜਿੰਨੇ ਜਿਸ ਧਰਮ ਨੂੰ ਵੀ ਉਹ ਮੰਨਦੇ ਸਨ, ਉਸ ਧਰਮ ਵਿੱਚ ਪੱਕੇ ਹੋਣਗੇ ਤੇ ਇੰਨੀ ਘਾਲਨਾ ਉਹਨਾਂ ਨੇ ਘਾਲੀ। ਪਰ ਇਹ ਸਾਰੀ ਘਾਲਨਾ ਦੇ ਵਿੱਚ ਵੀ ਅੰਤ ਵਿੱਚ ਸਾਡੇ ਸਾਹਮਣੇ ਇੱਕ ਘਟਨਾ ਆਉਂਦੀ ਹੈ। ਅਸੀਂ ਸਾਰੇ ਜਾਣਦੇ ਹਾਂ ਕਿ ਜਦੋਂ ਬ੍ਰਹਮਚਾਰੀ ਨੂੰ ਇਹ ਪਤਾ ਲੱਗਿਆ ਕਿ ਆਪ ਨੇ ਗੁਰੂ ਨਹੀਂ ਧਾਰਿਆ ਤੇ ਉਹਨੇ ਬੜੇ ਕਬੋਲ ਬੋਲੇ। ਪਰ ਚਲੋ ਉਹਦੇ ਕਬੂਲ ਬੋਲਣ ਦੀ ਗੱਲ ਨੂੰ ਆਪਾਂ ਛੱਡ ਦਈਏ, ਪਰ ਜ਼ਰਾ ਆਪਣੇ ਮਨ ਨਾਲ ਸੋਚ ਕੇ ਦੇਖੀਏ ਕਿ ਕੋਈ ਵਿਅਕਤੀ ਜਿਹਦੀ ਉਮਰ 62 ਸਾਲ ਹੋ ਚੁੱਕੀ ਹੋਵੇ, ਉਹ ਇੰਨੀ ਲੰਬੀ ਘਾਲਨਾ ਘਾਲ ਚੁੱਕਾ ਹੋਵੇ, ਤੇ ਕੁਦਰਤੀ ਗੱਲ ਹੈ ਕਿ ਉਹ ਪੂਰਾ ਧਰਮ ਕਰਮ ਦਾ ਜੀਵਨ ਵੀ ਬਤੀਤ ਕਰ ਰਿਹਾ ਹੋਵੇ, ਤੇ ਐਸੇ ਵਿਅਕਤੀ ਨੂੰ ਭਲਾ ਇਹ ਨਹੀਂ ਪਤਾ ਹੋਵੇਗਾ ਕਿ ਮੇਰੇ ਲਈ ਗੁਰੂ ਧਾਰਨਾ ਵੀ ਮੇਰੇ ਕਲਿਆਣ ਵਾਸਤੇ ਜ਼ਰੂਰੀ ਹੈ, ਪਰ ਉਹਨੇ ਗੁਰੂ ਨਹੀਂ ਧਾਰਿਆ। ਤਾਂ ਕਾਰਨ ਸਪਸ਼ਟ ਹੈ ਕਿ ਉਹਨਾਂ ਦੀ ਕਿਤੇ ਤ੍ਰਿਪਤੀ ਨਹੀਂ ਹੋਈ। ਉਹਨਾਂ ਨੂੰ ਇਹ ਮਹਿਸੂਸ ਨਹੀਂ ਹੋਇਆ ਕਿ ਜਿਸ ਆਨੰਦ ਦੀ ਮੈਂ ਭਾਲ ਕਰ ਰਿਹਾ ਹਾਂ, ਉਹ ਮੈਨੂੰ ਕਿਸੇ ਅਖੌਤੀ ਗੁਰੂ ਕੋਲੋਂ ਪ੍ਰਾਪਤ ਹੋ ਸਕਦਾ ਹੈ। ਤਾਂ ਉਹ ਇਹ ਸਾਖੀ ਤੋਂ ਸਾਨੂੰ ਅੰਦਾਜ਼ਾ ਲੱਗਦਾ ਹੈ ਕਿ ਇਹ ਸਤਿਗੁਰੂ ਨੂੰ ਪਾਉਣਾ, ਕਿਉਂਕਿ ਸਾਨੂੰ ਜਨਮ ਸਿੱਖੀ ਘਰਾਣਿਆਂ ਵਿੱਚ ਮਿਲ ਗਿਆ ਹੈ, ਅਸੀਂ ਕੁਦਰਤੀ ਤੌਰ ਤੇ ਗੁਰੂ ਅੱਗੇ ਸੀਸ ਨਿਵਾਉਂਦੇ ਹਾਂ। ਪਰ ਜ਼ਰਾ ਆਪਾਂ ਸਤਿਗੁਰੂ ਅਮਰਦਾਸ ਜੀ ਦੇ ਜੀਵਨ ਦੇ ਵਿੱਚ ਦੇਖੀਏ ਤੇ ਸਾਨੂੰ ਇਸ ਗੱਲ ਦੀ ਸਮਝ ਆਉਣੀ ਚਾਹੀਦੀ ਹੈ ਕਿ ਇਹ ਕਿੱਡੀ ਕੁ ਵੱਡੀ ਦਾਤ ਹੈ ਜਿਹੜੀ ਸਤਿਗੁਰੂ ਨੇ ਸਾਨੂੰ ਆਪ ਬਿਨਾਂ ਕੁਝ ਕੀਤਿਆਂ ਕਿਰਪਾ ਕਰਕੇ ਸਾਡੀ ਝੋਲੀ ਦੇ ਵਿੱਚ ਪਾ ਦਿੱਤੀ। ਤੇ ਜਦੋਂ ਸਤਿਗੁਰੂ ਜੀ ਨੇ, ਬਾਬਾ ਅਮਰਦਾਸ ਜੀ ਨੇ ਗੁਰੂ ਨਹੀਂ ਸੀ ਧਾਰਿਆ ਤੇ ਮਨ ਦੇ ਵਿੱਚ ਪਰੇਸ਼ਾਨੀ ਆਈ, ਤੇ ਫਿਰ ਜਦੋਂ ਗੁਰੂ ਦੀ ਭਾਲ ਮਨ ਦੇ ਵਿੱਚ ਹੋਰ ਤੇਜ਼ ਹੋਈ ਤੇ ਬੀਬੀ ਅਮਰੋ ਜੀ ਕੋਲੋਂ ਬਾਣੀ ਸੁਣੀ, ਤੇ ਫਿਰ ਉਹ ਰੁਕ ਨਹੀਂ ਸਕੇ। ਉਸ ਤੋਂ ਬਾਅਦ ਝੱਟ ਉਹਨਾਂ ਨੂੰ ਨਾਲ ਲੈ ਕੇ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਸ਼ਰਨ ਦੇ ਵਿੱਚ ਜਾ, ਉਹ ਅਵਸਥਾ ਜਿਹਨੂੰ ਸਤਿਗੁਰੂ ਜੀ ਇੱਥੇ ਕਹਿ ਰਹੇ ਹਨ ਸਤਿਗੁਰੂ ਮੈਂ ਪਾਇਆ, ਉਹ ਉਹਨਾਂ ਨੇ ਪ੍ਰਾਪਤ ਕੀਤੀ। ਤੇ ਗੁਰੂ ਦੀ ਸ਼ਰਨ ਦੇ ਵਿੱਚ ਜਾ ਕੇ ਹੀ ਇਹ ਸਤਿਗੁਰੂ ਜੀ ਕਹਿ ਰਹੇ ਹਨ ਕਿ ਅਡੋਲਤਾ ਦੀ, ਸਹਿਜ ਦੀ ਅਵਸਥਾ ਦੀ ਪ੍ਰਾਪਤੀ। ਇਹ 5 ਵਿਕਾਰ ਵੀ ਤਾਂ ਹੀ ਕਾਬੂ ਵਿੱਚ ਆ ਸਕਦੇ ਹਨ ਜੇ ਗੁਰੂ ਦਾ ਸਿਰ ਤੇ ਹੱਥ ਹੋਵੇ, ਸਾਡੇ ਕੋਲ ਗੁਰੂ ਦੀ ਸਿੱਖਿਆ ਸਾਡੇ ਨਾਲ ਹੋਵੇ, ਅਸੀਂ ਉਹਦੇ ਤੇ ਅਮਲ ਕਰਦੇ ਹੋਈਏ, ਤਾਂ ਹੀ ਇਹ 5 ਵਿਕਾਰ ਸਾਡੇ ਕਾਬੂ ਦੇ ਵਿੱਚ ਆ ਸਕਦੇ ਹਨ। ਉਸ ਤੋਂ ਬਿਨਾਂ ਗੁਰੂ ਦਾ ਗਿਆਨ ਪ੍ਰਾਪਤ ਹੋਏਗਾ, ਤਾਂ ਹੀ ਸਹਿਜ ਅਡੋਲਤਾ ਪ੍ਰਾਪਤ ਹੋਏਗੀ, ਤਾਂ ਹੀ ਮਨ ਦੇ ਵਿੱਚ ਚੜ੍ਹਦੀ ਕਲਾ ਵਾਲੀ ਅਵਸਥਾ ਪੈਦਾ ਹੋਏਗੀ, ਮਨ ਵੱਜੀਆਂ ਵਧਾਈਆਂ ਵਾਲੀ ਅਵਸਥਾ ਪੈਦਾ ਹੋਏਗੀ। ਕਿਉਂਕਿ ਜਦੋਂ ਤੱਕ ਅਸੀਂ ਵਿਕਾਰਾਂ ਦੇ ਹੱਥਾਂ ਦੇ ਖਿਡੌਣੇ ਬਣ ਕੇ ਪੈਂਡੂਲਮ ਵਾਂਗ ਸੱਜੇ ਤੋਂ ਖੱਬੇ ਅਸੀਂ ਧੱਕੇ ਖਾਂਦੇ ਰਵਾਂਗੇ, ਉਦੋਂ ਤੱਕ ਸਾਡਾ ਮਨ ਚੜ੍ਹਦੀ ਕਲਾ ਤੇ ਉਤਸ਼ਾਹ ਦੇ ਵਿੱਚ ਨਹੀਂ ਆ ਸਕਦਾ। ਤੇ ਜਦੋਂ ਆ ਗਿਆ ਤਾਂ ਫਿਰ ਇਉਂ ਲੱਗੇਗਾ ਕਿ ਮੇਰੇ ਮਨ ਦੇ ਅੰਦਰ ਤਾਂ ਹੁਣ ਹਰ ਵੇਲੇ ਮਨ ਵੱਜੀਆਂ ਵਧਾਈਆਂ ਤੇ ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਉਣ ਆਈ। ਔਰ ਇੱਥੇ ਰਾਗਾਂ ਦੀ ਗੱਲ ਵੀ ਆਪਾਂ ਥੋੜੀ ਜਿਹੀ ਕਰ ਲਈਏ ਕਿ ਰਾਗ ਤਾਂ ਅਸਲ ਦੇ ਵਿੱਚ ਸਤਿਗੁਰੂ ਜੀ ਕਹਿੰਦੇ ਹਨ ਹੈ ਹੀ ਅਕਾਲ ਪੁਰਖ ਦੇ ਨਾਲ ਜੋੜਨ ਵਾਲੀ ਚੀਜ਼ ਸਨ, ਜਿਹਦੀ ਅਸੀਂ ਦੁਰਵਰਤੋਂ ਦੁਨੀਆ ਦੇ ਵਿੱਚ ਕਰਦੇ ਪਏ ਹਾਂ, ਹਜ਼ਾਰਾਂ ਸਾਲਾਂ ਤੋਂ ਕਰਦੇ ਆ ਰਹੇ ਹਾਂ। ਸਤਿਗੁਰੂ ਜੀ ਨੇ ਤੇ ਉਪਦੇਸ਼ ਸਾਨੂੰ ਦਿੱਤਾ ਹੈ ਕਿ ਰਾਗ ਤਾਂ ਉਸ ਪ੍ਰਭੂ ਦੇ ਗੁਣ ਗਾਉਣ ਲਈ ਹੀ ਇਸਤੇਮਾਲ ਹੁੰਦੇ ਹਨ ਤੇ ਹੋਣੇ ਚਾਹੀਦੇ ਹਨ। ਬਿਲਾਵਲ ਤਬ ਹੀ ਕੀਜੀਏ ਜਬ ਮੁਖ ਹੋਵੇ ਨਾਮ। ਇਸੇ ਤਰ੍ਹਾਂ ਸਾਰੇ ਰਾਗਾਂ ਦੇ ਬਾਰੇ ਸਤਿਗੁਰੂ ਜੀ ਨੇ ਇਸੇ ਤਰ੍ਹਾਂ ਹੀ ਫਰਮਾਇਆ ਹੈ, ਜਿਵੇਂ ਰਾਗਾਂ ਵਿੱਚ ਸ੍ਰੀ ਰਾਗ ਹੈ ਜੇ ਸੱਚ ਧਰੇ ਪਿਆਰ। ਤੋਂ ਸਤਿਗੁਰੂ ਕਹਿੰਦੇ ਹਨ ਕਿ ਇਹ ਰਾਗ ਜਿਹੜੇ ਹਨ, ਰਾਗਣੀਆਂ ਹਨ, ਇਹਨਾਂ ਦੇ ਪਰਿਵਾਰ ਹਨ, ਇਹ ਤੇ ਸਾਰੇ ਅਕਾਲ ਪੁਰਖ ਦੀ ਉਸਤਤ ਕਰ ਰਹੇ ਹਨ, ਉਹਨਾਂ ਦਾ ਗੁਣ ਗਾ ਰਹੇ ਹਨ। ਸਤਿਗੁਰੂ ਜੀ ਅੱਗੇ ਕਹਿ ਰਹੇ ਹਨ ਕਿ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਏ। ਕੇਰਾ ਦਾ ਭਾਵ ਹੈ ਹਰੀ ਦਾ, ਤੇ ਮਨ ਜਿਨੀ ਵਸਾਇਆ ਕਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਇਹ ਪੌੜੀ ਸ਼ੁਰੂ ਵੀ ਸਤਿਗੁਰੂ ਮੈਂ ਪਾਇਆ ਤੋਂ ਹੋ ਰਹੀ ਹੈ ਤੇ ਅੰਤ ਵੀ ਸਤਿਗੁਰੂ ਮੈਂ ਪਾਇਆ ਤੇ ਹੋ ਰਹੀ ਹੈ। ਇਹਨਾਂ ਪੰਕਤੀਆਂ ਦੇ ਅਰਥ ਹਨ ਕਿ ਹੇ ਭਾਈ, ਤੁਸੀਂ ਵੀ ਪ੍ਰਭੂ ਦੀ ਸਿਫਤ ਸਲਾਹ ਦੇ ਗੀਤ ਗਾਓ। ਜਿਨ੍ਹਾਂ ਨੇ ਸਿਫਤ ਸਲਾਹ ਦਾ ਗੀਤ ਮਨ ਦੇ ਵਿੱਚ ਵਸਾ ਲਿਆ ਹੈ, ਸ਼ਬਦੋਂ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ। ਜਿਨ੍ਹਾਂ ਨੇ ਮਨ ਦੇ ਵਿੱਚ ਵਸਾ ਲਿਆ, ਉਹਨਾਂ ਨੂੰ ਕੀ ਪ੍ਰਾਪਤ ਹੋਇਆ ਹੈ?
ਉਹਨਾਂ ਦੀ ਅਵਸਥਾ ਉਹ ਬਣ ਗਈ ਹੈ, ਆਨੰਦ ਭਇਆ ਮੇਰੀ ਬਾਣੀ। ਉਹਨਾਂ ਨੂੰ ਆਨੰਦ ਦੀ ਪ੍ਰਾਪਤੀ ਹੋ ਗਈ ਹੈ। ਔਰ ਸਤਿਗੁਰੂ ਨਾਨਕ ਦੇਵ ਜੀ ਫਰਮਾ ਰਹੇ ਹਨ ਕਿ ਕਹੈ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਕਿ ਮੇਰੇ ਅੰਦਰ ਵੀ ਆਨੰਦ ਬਣ ਗਿਆ ਹੈ ਕਿਉਂਕਿ ਮੈਨੂੰ ਸਤਿਗੁਰੂ ਮਿਲ ਗਿਆ। ਇਹ ਜਿਹੜੀ ਪਹਿਲੀ ਪੰਕਤੀ ਹੈ ਇਹਨਾਂ ਦੋਵਾਂ ਵਿੱਚੋਂ, ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ, ਇਹ ਅਸਲ ਦੇ ਵਿੱਚ ਸਤਿਗੁਰੂ ਮੈਂ ਪਾਇਆ ਦੀ ਵਿਆਖਿਆ ਹੀ ਕਹੀਏ, ਜਾਂ ਇਸ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਸਤਿਗੁਰੂ ਮੈਂ ਪਾਇਆ ਦਾ ਅਰਥ ਕੀ ਹੈ। ਕਿਉਂਕਿ ਜੇ ਅਸੀਂ ਸਤਿਗੁਰੂ ਦੀ ਪ੍ਰਾਪਤੀ ਕਰ ਲਈ, ਸਤਿਗੁਰੂ ਦੀ ਸ਼ਰਨ ਦੇ ਵਿੱਚ ਢਹਿ ਪਏ, ਉਹਦੀ ਸਿੱਖਿਆ ਨੂੰ ਧਾਰਨ ਕਰ ਲਿਆ, ਤਾਂ ਫਿਰ ਸਾਡੀ ਇਹ ਅਵਸਥਾ ਬਣ ਜਾਏਗੀ ਜਿਹੜੀ ਸਤਿਗੁਰੂ ਜੀ ਸਾਨੂੰ ਉਪਦੇਸ਼ ਕਰ ਰਹੇ ਹਨ ਕਿ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾ। ਭਾਵ ਇਹ ਹੈ ਕਿ ਜਦੋਂ ਉਪਦੇਸ਼ ਗ੍ਰਹਿਣ ਕਰ ਲਿਆ, ਮਨ ਦੇ ਵਿੱਚ ਢਾਲ ਲਿਆ, ਜੀਵਨ ਨੂੰ ਢਾਲ ਲਿਆ, ਤਾਂ ਫਿਰ ਪ੍ਰਭੂ ਦਾ ਨਾਮ ਸਿਮਰਨ, ਉਹਦੀ ਸਿਫਤ ਸਲਾਹ ਉਹਦੇ ਮਨ ਦੇ ਵਿੱਚ, ਸਾਡੇ ਮਨ ਦੇ ਵਿੱਚ ਵਸਣ ਵਾਲੀ ਅਵਸਥਾ ਆ ਜਾਏਗੀ, ਮਨ ਜਿਨੀ ਵਸਾ। ਇਹ ਮਨ ਵਿੱਚ ਵਸਣਾ ਹੀ ਇਹ ਚਿੰਨ ਹੈ, ਪ੍ਰਭੂ ਦੀ ਸਿਫਤ ਸਲਾਹ ਦਾ ਮਨ ਦੇ ਵਿੱਚ ਵਸ ਜਾਣਾ ਹੀ ਇਹ ਨਿਸ਼ਾਨੀ ਹੈ ਕਿ ਅਸੀਂ ਕਹਿ ਸਕਦੇ ਹਾਂ ਕਿ ਸਤਿਗੁਰੂ ਮੈਂ ਪਾਇਆ। ਉਸ ਤੋਂ ਬਿਨਾਂ ਸਾਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਸਾਨੂੰ ਸਤਿਗੁਰੂ ਪ੍ਰਾਪਤੀ ਦੇ ਰਸਤੇ ਉੱਤੇ ਹਾਲੇ ਹੋਰ ਸਫ਼ਰ ਕਰਨਾ ਪੈਣਾ ਹੈ, ਹਾਲੇ ਕਸਰ ਬਾਕੀ ਹੈ। ਜੇ ਅਸੀਂ ਆਪਣੇ ਆਪ ਨੂੰ ਜਗਿਆਸੂ ਕਹਿੰਦੇ ਹਾਂ ਕਿ ਪ੍ਰਭੂ ਦੇ ਜਗਿਆਸੂ ਹਾਂ, ਉਹਨਾਂ ਦੀ ਜਗਿਆਸਾ ਸਾਡੇ ਮਨ ਦੇ ਵਿੱਚ ਹੈ, ਤਾਂ ਸਾਨੂੰ ਇਹ ਕਸਵੱਟੀ ਆਪਣੇ ਉੱਤੇ ਲਾਗੂ ਕਰਕੇ ਦੇਖਣੀ ਚਾਹੀਦੀ ਹੈ ਕਿ ਕੀ ਅਸੀਂ ਸਤਿਗੁਰੂ ਦੀ ਪ੍ਰਾਪਤੀ ਕਰ ਵੀ ਲਈ ਹੈ। ਕਿਉਂਕਿ ਇਸ ਪੌੜੀ ਦਾ ਥੀਮ ਹੀ ਸਤਿਗੁਰੂ ਮੈਂ ਪਾਇਆ ਹੈ, ਕਿਉਂਕਿ ਸਤਿਗੁਰਾਂ ਨੇ ਪਹਿਲੀ ਤੇ ਅਖੀਰਲੀ ਪੰਕਤੀ ਦੇ ਵਿੱਚ ਇਹੀ ਸ਼ਬਦ ਦੁਹਰਾਏ ਹਨ। ਇਹਦਾ ਵਿਸ਼ਾ ਹੀ ਇਹ ਹੈ ਕਿ ਸਤਿਗੁਰੂ ਦੀ ਪ੍ਰਾਪਤੀ ਕੀ ਹੁੰਦੀ ਹੈ, ਕਿਸ ਤਰ੍ਹਾਂ ਹੁੰਦੀ ਹੈ, ਉਹਦੀਆਂ ਕੀ ਨਿਸ਼ਾਨੀਆਂ ਹਨ। ਸਹਿਜ ਦੀ ਹੈ, ਮਨ ਦੇ ਵਿੱਚ ਵਧਾਈਆਂ ਰਾਗ ਰਤਨ ਵੱਜਣ ਦੀਆਂ ਤੇ ਉਹਦੇ ਸਿਫਤ ਸਲਾਹ ਦੇ ਮਨ ਦੇ ਵਿੱਚ ਵਸ ਜਾਣ, ਇਹੀ ਉਹ ਨਿਸ਼ਾਨੀ ਹੈ। ਜਦੋਂ ਇਹ ਨਿਸ਼ਾਨੀਆਂ ਪੂਰੀਆਂ ਹੋ ਗਈਆਂ ਤੇ ਫਿਰ ਅਸੀਂ ਕਹਿ ਸਕਦੇ ਹਾਂ ਕਿ ਅਸੀਂ ਸਤਿਗੁਰੂ ਪ੍ਰਾਪਤ ਕਰ ਲਿਆ ਹੈ। ਤੇ ਫਿਰ ਉਸ ਤੋਂ ਬਾਅਦ ਆਨੰਦ ਤੇ ਸਹਿਜ, ਇਹ ਦੋਨੋਂ ਅਵਸਥਾਵਾਂ ਸਾਨੂੰ ਸਤਿਗੁਰੂ ਦੀ ਬਖਸ਼ਿਸ਼ ਦੇ ਨਾਲ ਪ੍ਰਾਪਤ ਹੋਣਗੀਆਂ। ਇਹੀ ਉਹ ਅਵਸਥਾ ਹੈ, ਸਹਿਜ ਦੀ ਅਵਸਥਾ, ਉਹ ਸਿਫਤ ਸਲਾਹ ਦੇ ਮਨ ਦੇ ਵਿੱਚ ਵਸਣ ਦੀ ਅਵਸਥਾ, ਜਿਹੜੀ ਸਾਨੂੰ ਆਨੰਦ ਦੀ ਮੰਜ਼ਿਲ ਤੱਕ ਲੈ ਕੇ ਜਾ ਸਕਦੀ ਹੈ। ਸਮਾਂ ਹੋ ਗਿਆ ਹੈ ਜੀ, ਇੰਨੀਆਂ ਹੀ ਵਿਚਾਰਾਂ ਪ੍ਰਵਾਨ ਕਰਨੀਆਂ ਹੋਈਆਂ, ਅਨੇਕ ਭੁੱਲਾਂ ਦੀ ਖਿਮਾ ਕਰਦੇ ਨੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਗੁਰੂ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਦੀ ਪਾਵਨ ਰਚਨਾ, ਜਿਹਨੂੰ ਗੁਰੂ ਅਮਰਦਾਸ ਪਾਤਸ਼ਾਹ ਦੀ ਸ਼ਾਹ ਰਚਨਾ ਵੀ ਕਿਹਾ ਜਾਂਦਾ ਹੈ, ਆਨੰਦ। ਇਸ ਬਾਣੀ ਦੇ ਵਿੱਚ ਆਨੰਦ ਕੀ ਹੈ, ਇਹਦੇ ਸਾਧਨ, ਆਨੰਦ ਦੀ ਪ੍ਰਾਪਤੀ ਦੇ ਸਾਧਨ ਕਿਹੜੇ ਹਨ, ਮਾਇਆ ਦਾ ਕੀ ਰੂਪ ਹੈ, ਮਾਇਆ ਸਾਡੇ ਉੱਤੇ ਕਿਵੇਂ ਅਸਰ ਪਾਉਂਦੀ ਹੈ, ਸੱਚ ਤੇ ਕੱਚ ਦੀ ਪਛਾਣ ਕੀ ਹੈ, ਸੱਚੀ ਤੇ ਕੱਚੀ ਬਾਣੀ ਦੀ ਪਛਾਣ ਕੀ ਹੈ, ਤਤ ਗਿਆਨ ਕਿਵੇਂ ਮਿਲਦਾ ਹੈ, ਸੱਚੀ ਲਿਵ ਕੀ ਹੈ, ਸੱਚਾ ਸੋਹਿਲਾ ਕਿਹਨੂੰ ਕਿਹਾ ਗਿਆ ਹੈ, ਫਿਰ ਆਨੰਦ ਬਾਜੇ, ਰਾਗ ਰਤਨ, ਪਰਿਵਾਰ ਪਰੀਆਂ ਦੀਆਂ ਗੱਲਾਂ, ਅਨੇਕਾਂ ਹੀ ਗੁਰੂ ਪਾਤਸ਼ਾਹ ਜੀ ਨੇ ਮਨ ਦੀਆਂ, ਮਨੁੱਖ ਦੀਆਂ ਗੁੰਝਲਾਂ ਨੂੰ ਖੋਲਿਆ ਇਸ ਆਨੰਦ ਦੀ ਬਾਣੀ ਵਿੱਚ। ਬੇਸ਼ੱਕ ਵੇਖਣ ਨੂੰ ਇਹਦੀਆਂ 40 ਪੌੜੀਆਂ ਨੇ, ਵੱਖਰੀਆਂ ਵੱਖਰੀਆਂ ਜਾਪਦੀਆਂ ਹੋਣਗੀਆਂ, ਪਰ ਜਦੋਂ ਇਹਨਾਂ ਨੂੰ ਕਿਤੇ ਵਿਸ਼ਾ ਵਸਤੂ ਨੂੰ ਮਿਲਾ ਕੇ ਦੇਖੀਏ, ਫਿਰ ਤਾਂ ਇਹ ਅਨੇਕ ਹੈ, ਫਿਰ ਏਕ ਵਾਲੀ ਏਕ ਹੈ ਦੀ ਗੱਲ ਜਿਹੜੀ ਬਣ ਜਾਂਦੀ ਹੈ। ਜਦੋਂ ਇਹ ਆਨੰਦ ਹਿਰਦੇ ਦੇ ਵਿੱਚ ਪ੍ਰਗਟ ਹੁੰਦਾ ਹੈ, ਹਿਰਦੇ ਵਿੱਚ ਜਾ ਕੇ ਵਸਦਾ ਹੈ, ਫਿਰ ਅੰਦਰ ਚਾਉ ਪੈਦਾ ਹੁੰਦਾ ਹੈ। ਉਸ ਚਾਉ ਤੋਂ ਫਿਰ ਨਾਲ ਹਰੀ ਦੇ ਨਾਲ ਜੁੜਨ ਦਾ ਅੰਦਰ ਹਮੇਸ਼ਾ ਹੀ ਖਿਆਲ ਬਣਿਆ ਰਹਿੰਦਾ। ਇਹਦਾ
ਆਨੰਦ ਦਾ ਜਿਹੜਾ ਸ਼ੁਰੂਆਤ ਹੈ ਇਹ ਪ੍ਰਭੂ ਦੀ ਪ੍ਰੇਮਾ ਭਗਤੀ ਤੋਂ ਹੁੰਦੀ ਹੈ ਤੇ ਇਹਦੀ ਸਿਫਤ ਸਲਾਹ ਜਿਹੜੀ ਪ੍ਰੇਮਾ ਭਗਤੀ ਦੀ ਸਿਫਤ ਸਲਾਹ ਨਾਲ ਮਨੁੱਖ ਦੇ ਇੰਦਰੀਆਂ ਦੇ ਉੱਤੇ ਕਾਬੂ ਪੈਂਦਾ ਹੈ। ਇਹਦੇ ਨਾਮ ਵਾਹਿਗੁਰੂ ਦੀ ਯਾਦ ਦਾ ਲਗਾਤਾਰ ਬਣੇ ਰਹਿਣਾ ਇਹ ਜ਼ਰੂਰੀ ਚੀਜ਼ ਹੈ। ਲਗਾਤਾਰ ਬਣੇ ਰਹਿਣਾ ਇਹ ਕੇਵਲ ਇਹ ਥੋੜੇ ਸਮੇਂ ਤੱਕ ਖੇਡ ਨਹੀਂ ਹੈ ਵੀ ਅਸੀਂ ਅੱਜ ਕਰ ਲਿਆ ਤੇ ਕੱਲ ਛੱਡਤਾ, ਅੱਜ ਕਰ ਲਿਆ ਤੇ ਕੱਲ ਛੱਡਤਾ। ਇਹ ਲਗਾਤਾਰ ਰਹਿਣ ਵਾਲਾ ਇਹ ਖੇਡ ਹੈ ਜੋ ਮਾਲਕ ਦੇ ਘਰ ਤੋਂ ਸਾਨੂੰ ਪ੍ਰਾਪਤ ਹੁੰਦੀ ਹੈ। ਜੇ ਨਹੀਂ ਤਾਂ ਫਿਰ ਉਹ ਜੋ ਸ਼ਲੋਕ 12 ਦੇ ਵਧੀਕ ਵਿੱਚ ਗੁਰੂ ਪਾਤਸ਼ਾਹ ਜੀ ਨੇ ਲਿਖਿਆ, ਗੁਰੂ ਨਾਨਕ ਸਾਹਿਬ ਜੀ ਨੇ, ਬੱਬਰ ਤੂੰ ਹਰੀ ਆਵਲਾ ਕਬਲਾ ਕੰਚਨ ਬਨ ਕਹਿ ਦੁਖੜੇ ਸੜੇ ਹੋਏ ਕਾਲੀ ਹੋਈ ਆ ਦਿਹਰੀ ਨਾਨਕ ਮੈਂ ਤਨ ਭਾਉ। ਅੱਗੋਂ ਜਵਾਬ ਸੀ, ਜਾਣਾ ਪਾਣੀ ਨਾ ਲਹਾਂ ਜਾਂ ਛੇਤੀ ਮੇਰਾ ਸੰਗ ਜਿਤ ਡਿੱਠੇ ਤਨ ਪਰਫੜੈ ਚੜੇ ਚਵਗਨ ਵਾਂਗ। ਨਹੀਂ ਤਾਂ ਫਿਰ ਹਾਲਾਤ ਉਸ ਸਰੋਵਰ ਵਰਗੀ ਹੈ ਜਿਹਦਾ ਮੂਲ ਨਾਲ ਵਿਛੋੜਾ ਹੋ ਜਾਂਦਾ। ਇਸ ਆਨੰਦ ਦੇ ਸਫ਼ਰ ਨੂੰ ਸ਼ੁਰੂ ਕਰਨ ਲਈ ਗੁਰੂ ਪਾਤਸ਼ਾਹ ਜੀ ਨੇ ਗੁਰੂ ਦੀ ਗੱਲ ਹੀ ਕੀਤੀ ਹੈ ਤੇ ਆਨੰਦ ਮਿਲਦਾ ਵੀ ਗੁਰੂ ਕੋਲੋਂ ਹੈ। ਹੁਣ ਗੁਰੂ ਸਰੀਰ ਵਿੱਚ ਸਾਡਾ ਹੈ ਕੋਈ ਨਹੀਂ, ਹੁਣ ਸਾਡਾ ਗੁਰੂ ਹੈ ਸ਼ਬਦ। ਇਹਦਾ ਮਤਲਬ ਇਹ ਹੈ ਕਿ ਜੋ ਆਨੰਦ ਹੈ ਉਹ ਸਾਨੂੰ ਗੁਰੂ ਸ਼ਬਦ ਕੋਲੋਂ ਹੀ ਮਿਲਣਾ ਹੈ। ਦੇਹਧਾਰੀ ਪਖੰਡੀ ਡੇਰੇਦਾਰ ਅੱਜ ਆਨੰਦ ਦੀਆਂ ਗੱਲਾਂ ਕਰਦੇ ਨੇ, ਆਨੰਦ ਦੀਆਂ ਗੱਲਾਂ ਸਮਝਾਉਂਦੇ ਨੇ, ਪਰ ਇਹ ਆਨੰਦ ਤਾਂ ਗੁਰੂ ਸ਼ਬਦ ਗੁਰੂ ਕੋਲੋਂ ਮਿਲਦਾ ਹੈ। ਜਦੋਂ ਸਾਡਾ ਸ਼ਬਦ ਹੀ ਗੁਰੂ ਹੈ, ਕਿਉਂਕਿ ਸਤਿਗੁਰੂ ਜੀ ਨੇ ਗੱਲ ਕੀਤੀ ਹੈ ਮਹਾ ਆਨੰਦ ਗੁਰ ਸ਼ਬਦ ਵਿਚਾਰ। ਵੱਡੇ ਤੋਂ ਵੱਡਾ ਆਨੰਦ ਗੁਰੂ ਦੇ ਸ਼ਬਦ ਦੇ ਵਿਚਾਰ ਵਿੱਚ ਹੈ। ਗੁਰੂ ਸ਼ਬਦ ਨੇ ਆਪਣੇ ਹਿਰਦੇ ਥਾਂ ਦੇਂਦੀ ਹੈ। ਇੱਥੋਂ ਇਹ ਵੀ ਗੱਲ ਸਪਸ਼ਟ ਹੁੰਦੀ ਹੈ ਕਿ ਆਨੰਦ ਦਾ ਸੋਮਾ ਸਾਡਾ ਗੁਰੂ ਹੈ ਔਰ ਗੁਰੂ ਸਾਡਾ ਸ਼ਬਦ ਹੈ, ਗੁਰਬਾਣੀ ਹੈ। ਸਰੀਰਕ ਰੂਪ ਵਿੱਚ ਸਾਡਾ ਕੋਈ ਹੋਰ ਗੁਰੂ ਹੋ ਨਹੀਂ ਸਕਦਾ। ਇਹ ਗੱਲਾਂ ਜਿਹੜੀਆਂ ਹਨ ਇਹ ਵੀ ਸਾਨੂੰ ਇਸ ਆਨੰਦ ਦੀ ਬਾਣੀ ਤੋਂ ਇਹ ਗੱਲ ਜਿਹੜੀ ਸਮਝ ਆ ਜਾਂਦੀ ਹੈ। ਆਨੰਦ ਸ਼ਬਦ ਜੇ ਭਾਵ ਅਰਥ ਦਾ ਅਸੀਂ ਅਧਿਐਨ ਕਰਦੇ ਆ ਨਾ, ਜੇ ਆਨੰਦ ਦੇ ਸੰਗ ਇਹ ਕਹਿ ਲਈਏ ਇਹ ਭਾਵ ਅਰਥ ਦਾ ਮਤਲਬ ਹੀ ਆਨੰਦ ਦੇ ਨਾਲ ਜੁੜਨਾ ਹੈ। ਆਮ ਤੌਰ ਤੇ ਮਨੁੱਖ ਖੱਟੇ ਮਿੱਠੇ ਦੂਜੇ ਲੂਣੇ ਸਲੂਣੇ ਖਾ ਕੇ ਤ੍ਰਿਪਤ ਹੋ ਜਾਂਦਾ ਹੈ ਤੇ ਆਖਦਾ ਬੜਾ ਆਨੰਦ ਆ ਗਿਆ। ਪਰ ਜਿਸ ਆਨੰਦ ਦੀ ਗੱਲ ਗੁਰੂ ਅਮਰਦਾਸ ਜੀ ਨੇ ਕੀਤੀ ਹੈ ਉਹ ਇਸ ਆਨੰਦ ਤੋਂ ਬਹੁਤ ਉੱਪਰ ਹੈ। ਇਸ ਆਨੰਦ ਦੀ ਬਾਣੀ ਦੀ ਅੱਜ ਅਸੀਂ ਵਿਚਾਰ ਆਰੰਭ ਕੀਤੀ ਹੈ। ਵੀਰ ਪ੍ਰਭ ਕੀਰਤਨ ਸਿੰਘ ਜੀ ਦਾ ਤਹਿ ਦਿਲੋਂ ਧੰਨਵਾਦ ਜਿਨ੍ਹਾਂ ਨੇ ਇਹ ਵਿਚਾਰ ਸਾਡੇ ਨਾਲ ਅੱਜ ਸ਼ੁਰੂ ਕੀਤੀ ਹੈ, ਜਾਣਕਾਰੀ ਸਾਨੂੰ ਬਖਸ਼ੀ ਹੈ। ਬੇਨਤੀ ਕਰ ਰਿਹਾ ਹਾਂ ਵੀਰ ਰਾਜਾ ਸਿੰਘ ਜੀ ਨੂੰ ਕਿ ਉਹ ਨਵੇਂ ਆਏ ਸਾਡੇ ਪਾਰਟਿਸਪੈਂਟ ਜਿਹੜੇ ਹਨ ਉਹਨਾਂ ਨੂੰ ਜਾਣਕਾਰੀ ਕਰਾਉਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।